श्री नानक पद पंकज बंदन पद पंकज वंदना सिमरोयंगद दुख निकंदना अमरदास गुर हृदय त्यागो गुर हृदय त्यागो श्री गुरु रामदास गुण गावो श्री अर्जन विघ्नन के नासक विघ्नन के नासक हर गोबिंद शुभ समत प्रकाशक श्री हरि राय नमो कर जोरी नमो कर जोरी हरे कृष्ण मनाए बहोरी तेग बहादुर परम कृपाला परम कृपाला गुरु गोविंद सिंह विशाला तरों तरा तर पुने पुन सीसा पुने पुन सीसा मंदों बार बार जगदीसा जिसमें अमृत ज्ञान है माणक भगत वैराग श्री गुरु ग्रंथ साहिब उदद वंदो कर अनुराग श्री गुरु शब्द कमाए जिन जीते पंच विकार तिन संतन को बंदना सिर चरणन पर थार होवे सिहत खसामदी नूरि अरसों कुरसों चटी है तुद डिठे सचे पातशाह मल जन्म जन्म दी कटी है तुद डिठे सचे पातशाह जन्म जन्म दी कटी है सतनाम श्री वाहिगुरु साहिब जी दोहरा सूही राग सो शंत कर जुगत बिलावल गाए आपन आनंद बिलंद को दियो जनाए सुनाए दोहरा सूही राग सो शंत कर जुगत बिलावल गाए वाहिगुरु जी का खालसा वाहिगुरु जी की फतेह। परम सत्कारयोग गुरु साहिब जी दे साजी नवाजे गुरु ਸਰੂਪ गुरु खालसा सत संगत जीओ ਆਪ ਸਰਬੱਤ ਸੰਗਤਾਂ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਆਪ ਸਰਬੱਤ ਮਾਈ ਭਾਈ ਨਿਤ ਦੇ ਬਣੇ ਹੋਏ ਨਿਯਮ ਦੇ ਅਨੁਸਾਰ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਕਥਾ ਕੀਰਤਨ ਸੁਖਦਾਈ ਦੇ ਮਹਾਂਵਾਕਾਂ ਅਨੁਸਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਬਹੁਤ ਸੁੰਦਰ ਰਸਦਾਇਕ ਸੁਰ ਤਾਲ ਵਿੱਚ ਰਹਿ ਕੇ ਰਾਗ ਦੇ ਬੇਤੇ ਰਾਗੀ ਸਿੰਘ ਸਾਹਿਬਾਨਾਂ ਤੋਂ ਕੀਰਤਨ ਸਰਵਣ ਕਰਦੇ ਹੋ। ਇਹੋ ਜਿਹਾ ਰਾਗ ਅਲਾਪਣ ਵਾਲੇ ਪੰਥ ਵਿੱਚ ਬਹੁਤੇ ਗੁਰਮੁਖ ਨਹੀਂ ਹੈ ਰਾਗੀ ਸਿੰਘ ਸਾਹਿਬਾਨ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਜਿਨ੍ਹਾਂ ਦਾ ਹਿੱਤ ਹੈ ਰਾਗੀ ਸਿੰਘਾਂ ਦਾ, ਉਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਵੀ ਉਚਾਰਨ ਕੀਤੀ ਗਾਇਨ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ, ਕਿਉਂਕਿ ਸਨੇਹ ਹੈ ਜਿਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ। ਸ੍ਰੀ ਦਸਮ ਗ੍ਰੰਥ ਦੀ ਬਾਣੀ ਦੇ ਵਿੱਚੋਂ ਵੀ ਬਹੁਤ ਸਾਰੇ ਉਦਾਹਰਨਾਂ ਦੇ ਕਰਕੇ ਜੋ ਪਰਮੇਸ਼ਰ ਦੀ ਬੇਅੰਤਤਾ ਦਾ ਅਲੰਕਾਰ ਬੰਨਿਆ ਹੋਇਆ ਸੀ, ਬਹੁਤ ਸੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ
ਤੇ ਸ੍ਰੀ ਦਸਮ ਗ੍ਰੰਥ ਦੇ ਸ਼ਬਦ ਸੁਮੇਲ ਕਰਕੇ ਸੁੰਦਰ ਇੱਕ ਸ਼ਬਦਾਂ ਦਾ ਗੁਲਦਸਤਾ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ। ਬਹੁਤ ਬਹੁਤ ਧੰਨਵਾਦ ਹੈ ਸਰੋਤਿਆਂ ਦਾ ਵੀ, ਰਾਗੀ ਸਿੰਘ ਸਾਹਿਬਾਨਾਂ ਦਾ। ਉਸ ਤੋਂ ਬਾਅਦ ਢਾਡੀ ਸਿੰਘ ਸਾਹਿਬਾਨ ਵੀ ਬੜੀ ਖੋਜ ਭਰਪੂਰ ਤੇ ਉਂਗਲਾਂ ਤੇ ਗਿਣਨ ਵਾਲੇ ਇਹੋ ਜਿਹੇ ਢਾਡੀ ਸਿੰਘ ਸਾਹਿਬਾਨ, ਬੜੀਆਂ ਤਾਰੀਖਾਂ ਯਾਦ ਹਨ। ਬਹੁਤ ਸੁੰਦਰ ਤਰੀਕੇ ਦੇ ਨਾਲ ਭਾਈ ਗੁਰਮੁਖ ਸਿੰਘ ਜੀ ਬਲਟੋਹਾ, ਉਹ ਵੀ ਆਪ ਜੀ ਨੂੰ ਬਾਤ ਦਾਸ ਤੋਂ ਬਾਅਦ ਢਾਡੀ ਵਾਰਾਂ ਦੁਆਰਾ, ਇਤਿਹਾਸ ਦੁਆਰਾ ਨਿਹਾਲ ਕਰਦੇ। ਜੋ ਸਮਾਂ ਕਥਾ ਦਾ ਹੈ, ਗੁਰੂ ਨਾਨਕ ਦੇ 11ਵੇਂ ਸਰੂਪ ਪਾਤਸ਼ਾਹ ਜਿਹੜੀ ਜੋਤ 10 ਸਰੂਪਾਂ ਵਿੱਚ ਵਰਤ ਕਰਕੇ 11ਵੇਂ ਥਾਂ ਤੇ ਗੁਰੂ ਦਰਸ਼ ਜੇ ਦੇਖਣਾ, ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰ ਸੂਚ ਹੈ, ਪੜ੍ਹੈ ਗ੍ਰੰਥ ਮਨ ਲਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਇਤਿਹਾਸ ਦੀ ਕਥਾ ਦੇ ਪੰਨੇ ਉਸ ਥਾਂ ਤੇ ਪੜ੍ਹੇ ਜਾ ਰਹੇ ਨੇ। ਧਿਆਨ ਉਸੇ ਥਾਂ ਤੇ ਲਿਆਓ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਕਹੋ ਗੁਰੂ ਅਰਜਨ ਕੋ, ਧੰਨ ਕਹੋ ਗੁਰੂ ਅਰਜਨ ਕੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ में शब्द बनाए कर, ग्रंथ कियो है स्मेर समान। ਉਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੋਵਰ ਸਾਹਿਬ ਦੀ ਸੇਵਾ ਕਰਾ ਰਹੇ ਹੈ। ਜਿਸ ਥਾਂ ਤੇ ਹਰਿਮੰਦਰ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਹੋਣੀ ਹੈ, ਤੇ ਕੈਸਾ ਅਦਭੁਤ ਲੀਲਾ ਹੈ ਉਸ ਨਿਰੰਕਾਰ ਪਿਤਾ ਦੀ, ਕਿ ਜਦੋਂ ਦੇਖਿਆ ਕਿ ਮੇਰਾ ਆਪਣਾ ਘਰ ਬਣ ਰਿਹਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖੀ ਜਾਮੇ ਵਿੱਚ ਗੁਰੂ ਨਾਨਕ ਰੂਪ ਹੋ ਕਰਕੇ ਵੀ, ਇਹ ਵੀ ਉਹਨਾਂ ਦਾ ਰੂਪ ਹੈ, ਪੰਜਵੇਂ ਪਾਤਸ਼ਾਹ ਉਹਨਾਂ ਦਾ ਆਪਣਾ ਰੂਪ ਨੇ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਦੇਵਤੇ ਨਾਲ ਪਹੁੰਚੇ ਤੇ ਜਿੱਥੇ ਆਪ ਪਰਮੇਸ਼ਰ ਜੀ ਨੇ ਆਪਣੇ ਹੱਥ ਵਿੱਚ ਕਹੀ ਪਕੜੀ ਹੈ, ਕਮਰ ਕਸਾ ਕੀਤਾ ਹੋਇਆ ਹੈ, ਇੱਕ ਹੱਥ ਵਿੱਚ ਟੋਕਰੀ ਪਕੜੀ ਹੋਈ ਹੈ, ਤੇ ਸੇਵਾ ਕਰਨ ਵਾਸਤੇ ਖੁਦ ਆਪ ਪਰਮੇਸ਼ਰ ਵਾਹਿਗੁਰੂ ਜੀ ਆ ਪਹੁੰਚੇ। ਤਾਂ ਉਸ ਵੇਲੇ ਬ੍ਰਹਮਾ ਜੀ ਵੀ ਪਿੱਛੇ ਨਹੀਂ ਰਹੇ, ਉਸ ਵੇਲੇ ਸ਼ੰਕਰ ਜੀ ਵੀ ਪਹੁੰਚ ਗਏ, ਤੇ ਬਾਕੀ ਦੇ ਦੇਵਤਿਆਂ ਦੀ ਤਾਂ ਬਾਤ ਹੀ ਕੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੀਰਤਨ ਕਰਦੇ ਸੀ, ਪਤਾ ਲੱਗਦਾ ਹੈ। ਤੇ ਮਹਾਰਾਜ ਪੁੱਛਦੇ ਆ, ਭਾਈ ਜਿਹੜਾ ਕੱਲ ਕੜ ਨਹੀਂ ਸੀ ਟੁੱਟ ਰਿਹਾ ਰੋੜਾਂ ਦਾ, ਇਹ ਸੰਗਤ ਕਿਹੜੇ ਦੇਸ਼ ਤੋਂ ਆਈ ਹੈ? ਜਾਣਦੇ ਨੇ ਸਭ ਕੁਝ। ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਪੁੱਛੀਏ ਕਿ ਜਿਹਨੂੰ ਪੁੱਛਦੇ ਆ ਵੀ ਤੁਸੀਂ ਕਿੱਥੋਂ ਆਏ, ਕਹਿੰਦੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਹ ਸ਼ਬਦ ਕਹਿ ਕੇ ਅੱਗੇ ਲੰਘ ਜਾਂਦੇ ਆ, ਬੋਲਦਾ ਹੀ ਕੋਈ। ਤੇ ਮਹਾਰਾਜ ਸਾਹਿਬ ਨੇ ਜਿਸ ਵੇਲੇ ਧਿਆਨ ਦੇ ਨਾਲ ਦੇਖਿਆ ਵੀ ਉਹਨਾਂ ਦੇ ਵਿੱਚੋਂ ਇੱਕ ਪ੍ਰਤਾਪੀ ਪੁਰਖ, ਚਿਹਰੇ ਦੀਆਂ ਰੌਣਕਾਂ ਦੇਖੀਆਂ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਹਿਚਾਨ ਕੇ ਕਿ ਤਾਂ ਖੁਦ ਹੀ ਆਪ ਆ ਗਿਆ ਮਾਲਕ ਪਰਮੇਸ਼ਰ ਵਾਹਿਗੁਰੂ। ਉਸੇ ਦੇ ਨਾਂ ਤੇ ਜਿੱਥੇ ਪਰਮੇਸ਼ਰ ਨੇ ਆਪ ਆ ਕੇ ਕਾਰ ਕੀਤੀ, ਅੱਜ ਹਰ ਕੀ ਪੌੜੀ ਉਹਦਾ ਨਾਮ ਹੈ, ਹਰ ਪਰਮੇਸ਼ਰ ਦਾ ਨਾਮ ਹੈ, ਤੇ ਇਸ ਕਰਕੇ ਉਹਦਾ ਨਾਮ ਹਰ ਕੀ ਪੌੜੀ ਹੈ। ਤੇ ਗਰੀਬ ਨਵਾਜ਼ ਸਤਿਗੁਰੂ ਨੇ ਸਾਰਾ ਸ਼ਬਦ ਪਰਮੇਸ਼ਰ ਦੇ ਆਗਮਨ ਦੇ ਵਿੱਚ ਉਚਾਰਨ ਕੀਤਾ ਹੈ, ਤੇ ਇਸ ਸ਼ਬਦ ਨੂੰ ਸੂਹੀ ਰਾਗ ਦੇ ਸ਼ੰਤਾਂ ਵਿੱਚ ਗਾਇਨ ਕੀਤਾ ਹੈ, ਪਰ ਬਿਲਾਵਲ ਦੀ ਜੁਗਤ ਰੱਖੀ ਹੋਈ ਹੈ ਨਾਲ, ਤੇ ਇਸ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ। ਇਸ ਥਾਂ ਤੋਂ ਕਥਾ ਅੱਗੇ ਆਰੰਭ ਹੁੰਦੀ ਹੈ। ਗਰੀਬ ਨਵਾਜ਼ ਸਤਿਗੁਰੂ ਕਿਰਪਾ ਕਰਨ, ਆਓ ਸਤਿਗੁਰਾਂ ਦੇ ਸਰਵਣਾ ਦਰਸ਼ਨ ਦਾ ਆਨੰਦ ਮਾਣਨਾ ਕਰੀਏ ਜੀ। ਸ੍ਰੀ ਵਾਹਿਗੁਰੂ ਜੀ। ਦੋਹਰਾ ਸੂਹੀ ਰਾਗ ਸੋ ਸ਼ੰਤ ਕਰ, ਜੁਗਤ ਬਿਲਾਵਲ ਗਾਏ। ਸੂਹੀ ਰਾਗ ਦੇ ਸ਼ੰਤ ਹਨ,
ਤੇ ਬਿਲਾਵਲ ਦੀ ਜੁਗਤ ਰੱਖ ਕੇ ਸਤਿਗੁਰਾਂ ਨੇ ਸ਼ਬਦ ਗਾਇਨ ਕੀਤਾ। ਆਪਣਾ ਆਨੰਦ ਬਿਲੰਦ ਕੋ ਦਿਓ ਜਨਾਏ ਸੁਨਾਏ। ਜੋ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਸਰਗੁਣ ਸਰੂਪ ਦੇ ਦਰਸ਼ਨ ਕਰਕੇ ਵੱਡਾ ਆਨੰਦ ਪ੍ਰਾਪਤ ਕੀਤਾ, ਉਹ ਸ਼ਬਦ ਦੇ ਵਿੱਚ ਉਚਾਰਨ ਕਰ ਦਿੱਤਾ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਜੀ। ਸ੍ਰੀ ਮੁਖ ਵਾਕ ਸੂਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੂਹੀ ਰਾਗਣੀ ਹੈ, ਮੇਘ ਰਾਗ ਦੀ ਰਾਗਣੀ ਮੰਨੀ ਹੈ। ਰਾਗਮਾਲਾ ਦੇ ਵਿੱਚ ਇੱਕ ਇੱਕ ਰਾਗ ਦੀਆਂ 5 ਰਾਗਣੀਆਂ ਤੇ 8 ਪੁੱਤਰ ਇੱਕ ਰਾਗ ਦਾ ਪਰਿਵਾਰ ਬਣਿਆ ਹੈ। ਤੇ ਇਸ ਪ੍ਰਕਾਰ ਇਹ ਉੱਚੇ ਸੁਰ ਸੁਹੋਪੁਰ ਕੀਨੀ ਮੇਘ ਰਾਗ ਸਿਉ ਪੰਚੋਚੀਨੀ, ਮੇਘ ਰਾਗ ਦੀ ਰਾਗਣੀ ਹੈ। ਤੇ ਉਸ ਦੇ ਵਿੱਚ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ। ਸ਼੍ਰੀ ਮੁਖਵਾਕ, ਸ਼੍ਰੀ ਸੁਭਾਏਮਾਨ, ਆਪਣੀ ਮੁਖ ਤੋਂ ਵਾਕ ਬਚਨ ਉਚਾਰਨ ਕੀਤਾ ਹੈ। ਤੇ ਉਸ ਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਨੇ ਆਪਣੇ ਆਪ ਨੂੰ ਬਹੁਤ ਸੇਵਕ ਰੂਪ ਦੇ ਅੰਦਰ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤੇ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਮੋਹ ਕੋ ਦਾਸ ਧਵਨ ਕਾ ਜਾਨੋ, ਗੁਰੂ ਨਾਨਕ ਨੇ ਕਿਹਾ ਜਨ ਨਾਨਕ ਦਾਸਨ ਦਾਸ ਕਹੀਆ, ਤੇ ਮੈਂ ਤਾਂ ਦਾਸਾਂ ਦਾ ਵੀ ਦਾਸ ਹਾਂ। ਹਮ ਦਾਸਨ ਕੇ ਪਨਿਹਾਰੇ, ਜਿਹੜੇ ਹੈ ਪਰਮੇਸ਼ਰ ਤੇਰੇ ਦਾਸ ਨੇ, ਅਸੀਂ ਉਹਨਾਂ ਦਾਸਾਂ ਦੇ ਜਿਹੜੇ ਦਾਸ ਨੂੰ ਉਹਨਾਂ ਦਾ ਵੀ ਪਾਣੀ ਭਰਨ ਵਾਲੇ ਆ। ਇਹ ਨਿਮਰਤਾ ਦੀ ਬਾਤ ਹੈ। ਗਰੀਬ ਨਿਵਾਜ ਸਤਿਗੁਰੂ ਨੇ ਇਹ ਜਿਹੜਾ ਸ਼ਬਦ ਉਚਾਰਨ ਕੀਤਾ, ਦੇਖੋ ਕੈਸੀ ਪਰਮੇਸ਼ਰ ਦੀ ਲੀਲਾ ਹੈ। ਇਹੀ ਸ਼ਬਦ ਜਿਹੜਾ ਪਰਮੇਸ਼ਰ ਦੇ ਸਨਮੁਖ ਦੀਦਾਰ ਕਰਦਿਆਂ ਉਚਾਰਨ ਕੀਤਾ ਹੈ। ਤੇ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਗਈ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕ ਮਨੋਂ, ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਜੋ ਸੇਵਾ ਸੀ ਉਹ ਬਾਬਾ ਬੁੱਢਾ ਸਾਹਿਬ ਨੂੰ ਸੌਂਪੀ। ਤੇ ਸਤਿਗੁਰੂ ਜੀ ਨੇ ਆਪ ਚੌਰ ਕੀਤਾ। ਤੇ ਮਹਾਰਾਜ ਸਾਹਿਬ ਨੇ ਬਚਨ ਕੀਤਾ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਯਾਨੀ ਪ੍ਰਕਾਸ਼ ਕਰੋ ਗੁਰੂ ਗ੍ਰੰਥ ਸਾਹਿਬ ਦਾ, ਲਿਹੋ ਆਵਾਜ਼ ਹੁਕਮਨਾਮਾ ਲਓ, ਮੁਖ ਬਾਕ ਲਓ, ਸੁਣੇ ਸਭ ਪੰਥ, ਗੁਰੂ ਨਾਨਕ ਦਾ ਪੰਥ ਸੁਣ ਲਵੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮੁਖ ਬਾਕ ਲਿਆ। ਉਸ ਵੇਲੇ ਸਾਧ ਸੰਗਤ ਜੀ ਇਹੀ ਮੁਖ ਬਾਕ ਆਇਆ ਸੀ ਹਰਿਮੰਦਰ ਸਾਹਿਬ ਦੇ, ਜਦੋਂ ਪਹਿਲੀ ਆਵਾਜ਼ ਗੁਰੂ ਗ੍ਰੰਥ ਸਾਹਿਬ ਚੋਂ ਸਿੱਖਾਂ ਨੇ ਸੁਣੀ ਹੈ, ਉਹ ਵੀ ਇਹੀ ਹੁਕਮਨਾਮਾ ਸੀ। ਤੇ ਉਸ ਤੋਂ ਬਾਅਦ ਸਤਿਗੁਰਾਂ ਨੇ ਆਪ ਚੌਰ ਕੀਤਾ ਤੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਜਪਜੀ ਦਾ ਪਾਠ ਸੁਣਾਓ। ਸ੍ਰੀ ਗੁਰੂ ਕਰਤੇ ਚਮਰ ਢੁਲੰਤਾ, ਬੁੱਢਾ ਜਪਜੀ ਪਾਠ ਕਰੰਤਾ, ਇਹ ਬਚਨ ਆਉਂਦੇ ਨੇ। ਸੋ ਇਹ ਮੁਖਵਾਕ ਸਤਿਗੁਰਾਂ ਨੇ ਉਸ ਵੇਲੇ ਉਚਾਰਨ ਕੀਤਾ ਜਿਸ ਵੇਲੇ ਸਨਮੁਖ ਸਾਹਮਣੇ ਦੀਦਾਰ ਹੋ ਰਹੇ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਸੰਤਾਂ ਕੇ ਕਾਰਜ, ਕਾਰਜ ਨਾਮ ਹੁੰਦਾ ਕੰਮ ਦਾ, ਕੋਈ ਵੀ ਕੰਮ ਹੋਵੇ ਉਹਨੂੰ ਕਾਰਜ ਕਹਿੰਦੇ। ਤੇ ਤੂੰ ਸੰਤਾਂ ਦੇ ਕਾਰਜ ਕਿਹੜੇ ਨੇ? ਸੰਤ ਕਾ ਕਾਰਜ ਸੰਸਾਰੀ ਕਾਰਜ ਤਾਂ ਹੋ ਨਹੀਂ ਸਕਦਾ। ਸੰਤਾਂ ਦੇ ਪਰਮਾਰਥੀ ਕਾਰਜ, ਸੰਤਾਂ ਕੇ ਕਾਰਜ, ਸੰਤਾਂ ਦੇ ਕੰਮਾਂ ਦੇ ਲਈ ਤੂੰ ਆਪ ਆ ਕੇ ਉਸ ਨੂੰ ਸੰਪੂਰਨ ਕਰਨ ਵਾਸਤੇ ਸੰਤਾਂ ਕੇ ਕਾਰਜ ਆਪ ਖਲੋਇਆ, ਤੂੰ ਆਪ ਖੜ ਗਿਆ ਆ ਕੇ। ਇਹ ਵੀ ਨਹੀਂ ਕਿਸੇ ਦੇਵਤੇ ਨੂੰ ਭੇਜਿਆ ਜਾਂ ਹੋਰ ਹੈ, ਤੂੰ ਸਾਰੇ ਸੰਸਾਰ ਦਾ ਮਾਲਕ ਹੈ। ਇੱਕ ਮਾਣ ਦੇਣ ਵਾਸਤੇ ਦਾਸਾਂ ਨੂੰ ਤੂੰ ਆਪ ਚੱਲ ਕੇ ਆ ਗਿਆ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪੜ੍ਹ ਲਈ ਸੀ ਬੰਦੀ? ਹਰੀ ਪਰਮੇਸ਼ਰ ਵਾਹਿਗੁਰੂ, ਤੁਸੀਂ ਆਪ ਜਿਵੇਂ ਸੇਵਾਦਾਰ ਸੇਵਾ ਕਰਦੇ ਨੇ, ਤੁਸੀਂ ਇਹ ਰੋੜਾਂ ਦਾ ਕੜ ਤੋੜਨ ਦੇ ਕੰਮ ਕਰਨ ਲਈ ਆਪ ਆ ਗਏ ਹੋ। ਤੁਸੀਂ ਸਰੋਵਰ ਦੀ ਸੇਵਾ ਦਾ ਕੰਮ ਕਰਨ ਦੇ ਵਾਸਤੇ, ਕਾਰਜ ਕਰਨ ਦੇ ਵਾਸਤੇ ਆਪ ਹਾਜ਼ਰ ਹੋ ਗਏ। ਹਰ ਕੰਮ ਕਰਾਵਣ ਆਇਆ ਰਾਮ। ਇੱਥੇ ਹਰ ਸ਼ਬਦ ਹੈ। ਹਰ ਸ਼ਬਦ ਦੇ ਬਾਰੇ ਇਹਦੇ ਬਹੁਤ ਸਾਰੇ ਅਰਥ ਬਣਦੇ ਹੈ। ਤੇ ਹਰ ਕਹਿੰਦੇ ਨੇ ਉਸ ਨੂੰ
ਜਿਹੜਾ ਜਪਣ ਵਾਲਿਆਂ ਦੇ ਪਾਪ ਹਰ ਕਈਏ ਨਾਸ ਕਰ ਦੇਵੇ, ਸੋ ਕਹੀਏ ਹਰ। ਔਰ ਹਰ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਹਰ ਇੱਕ ਦੇ ਅੰਦਰ ਹੈ, ਕੋਈ ਐਸੀ ਜਗ੍ਹਾ ਹੈ ਨਹੀਂ ਜਿੱਥੇ ਉਹ ਨਾ ਹੋਵੇ, ਇਸ ਲਈ ਵੀ ਉਹਦਾ ਨਾਮ ਹਰ ਹੈ, ਹਰ ਜਗ੍ਹਾ ਹੈ। ਜਿਮੀ ਜਮਾਨ ਕੇ ਵਿਖੇ ਕਲਗੀਧਰ ਪਾਤਸ਼ਾਹ ਸ੍ਰੀ ਦਸਮ ਗ੍ਰੰਥ, ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਸ ਕਰਕੇ ਉਹਨੂੰ ਹਰ ਕਿਹਾ। ਤੇ ਹਰ ਉਹਨੂੰ ਇਸ ਕਰਕੇ ਵੀ ਕਹਿੰਦੇ ਨੇ ਕਿ ਸੰਸਾਰ ਨੂੰ ਹਰ ਕਈਏ ਨਾਸ ਕਰਨ ਵਾਲਾ ਵੀ ਉਹੀ ਹੈ। ਸੰਸਾਰ ਦੇ ਅੰਦਰ ਅਗਰ ਹਰਿਆਵਲਾਂ ਦਿਸਦੀਆਂ ਨੇ, ਸਾਡੀਆਂ ਅੱਖਾਂ ਦੇਖਦੀਆਂ ਨੇ, ਕੰਨ ਸੁਣਦੀਆਂ, ਜੀਭ ਬੋਲਦੀ ਹੈ, ਤਾਂ ਉਸ ਪਰਮੇਸ਼ਰ ਦੀ ਦਿੱਤੀ ਹੋਈ ਹਰਿਆਵਲ ਹੈ ਸੰਸਾਰ ਵਿੱਚ, ਕੁਝ ਵੀ ਨਹੀਂ, ਉਹਦੀ ਸੱਤਾ ਹੈ। ਇਸ ਲਈ ਵੀ ਉਹਨੂੰ ਹਰ ਕਹਿੰਦੇ। ਭਗਵਾਨ ਕ੍ਰਿਸ਼ਨ ਜੀ ਨੂੰ ਅਰਜਨ ਨੇ ਇੱਕ ਵਾਰੀ ਸਵਾਲ ਕੀਤਾ ਕਿ ਭਗਵਾਨ ਇਹ ਦੱਸੋ ਕਿ ਅਨੰਤ ਨਾਮਾਂ ਵਿੱਚ ਤੇ ਇਹ ਹਰ ਨਾਮ ਜਿਹੜਾ ਹੈ ਤੁਹਾਡਾ, ਇਸ ਦਾ ਅਰਥ ਕੀ ਹੈ? ਤਾਂ ਗੀਤਾ ਦੇ ਸ਼ਲੋਕ ਦੇ ਅਨੁਸਾਰ ਵੀ ਬੜਾ ਸੁੰਦਰ ਅਰਥ ਬਣਦਾ ਹੈ ਇਸ ਦਾ। ਇਸ ਲਈ ਪ੍ਰਮਾਣ ਲਈ ਖੁੱਲ੍ਹ ਦਿਲੀ ਹੈ ਸਿੱਖ ਧਰਮ ਦੇ ਵਿੱਚ। ਉੱਥੇ ਲਿਖਿਆ, ਗੀਤਾ ਦਾ ਇੱਕ ਸੂਤਰ ਹੈ ਸੰਸਕ੍ਰਿਤ ਦੇ ਵਿੱਚ ਹੈ, ਹਰੀ ਹਰਤੀ ਪਾਪਾਨੀ, ਹਰੀ ਹਰਤੀ ਪਾਪਾਨੀ ਦੁਸ਼ਟ ਤਿਰਪੀ ਸਿਮਰਤਾ। ਸੰਸਕ੍ਰਿਤ ਹੈ ਕਿ ਹੇ ਅਰਜਨ, ਤੇ ਇਸ ਲਈ ਉਹਨੂੰ ਹਰ ਕਿਹਾ ਜਾਂਦਾ, ਉਸ ਮਹਾਨ ਸ਼ਕਤੀ ਨੂੰ। ਉਹ ਪਾਪਾਂ ਕੋ ਹਰ ਲੈਤਾ ਹੈ, ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਅਰਜਨ ਸਵਾਲ ਕਰਦਾ ਵੀ ਕਿਸਕੇ ਪਾਪਾਂ ਕੋ? ਜੋ ਉਹਦੇ ਭਗਤਨ, ਉਹਨਾਂ ਦੇ ਪਾਪਾਂ ਨੂੰ। ਤਾਂ ਭਗਵਾਨ ਕ੍ਰਿਸ਼ਨ ਜੀ ਬੜਾ ਸੋਹਣਾ ਉੱਤਰ ਦਿੰਦੇ ਨੇ, ਅਰਜਨ ਤੂੰ ਮੈਨੂੰ ਇੱਕ ਗੱਲ ਦੱਸ ਕਿ ਅੱਗ ਦਾ ਕੋਇਲਾ, ਮੈਨੂੰ ਇਹ ਦੱਸ ਵੀ ਕੀ ਪਾਪੀ ਨੂੰ ਫੂਕੇਗਾ ਜਾਂ ਪੁੰਨੀ ਨੂੰ ਫੂਕੇਗਾ? ਕਹਿੰਦਾ ਜੀ ਜਿਹਦੇ ਵੀ ਹੱਥ 'ਤੇ ਰੱਖਦੀ ਉਹਨੇ ਫੂਕ ਦੇਣਾ। ਕਹਿੰਦੇ ਬਸ ਫਿਰ ਪਰਮਾਤਮਾ ਦਾ ਨਾਮ ਹੈ, ਉਹ ਜਿਹਦੇ ਵੀ ਹਿਰਦੇ ਵਿੱਚ ਆ ਗਿਆ ਉਸ ਦੇ ਪਾਪਾਂ ਨੂੰ ਖਤਮ ਕਰ ਦੇਣਾ। ਹਰੀ ਹਰਤੀ ਪਾਪਾ ਨਹੀਂ ਦੁਸ਼ਟ ਚਿਤਰਪੀ ਸਿਮਰਤਾ, ਐਸਾ ਪਰਮੇਸ਼ਰ ਦਾ ਨਾਮ ਹੈ, ਤਾਂ ਉਹਨੂੰ ਭਾਈ ਹਰ ਕਹਿੰਦੇ ਹੈ। ਸੋ ਐਸਾ ਜੋ ਪਰਮੇਸ਼ਰ ਹੈ, ਹਰ ਕੰਮ ਕਰਾਵਣ ਆਇਆ ਰਾਮ। ਰਾਮ ਕਿਸ ਨੂੰ ਕਹਿੰਦੇ ਹੈ? ਤੇ ਰਾਮ ਰਮੇ ਹੋਏ ਨੂੰ ਕਹਿੰਦੇ ਨੇ। ਬਹੁਤ ਸਾਰੇ ਸਾਡੇ ਹਿੰਦੂ ਵੀਰ, ਉਹਨਾਂ ਦੇ ਪ੍ਰਚਾਰਕਾਂ ਨੂੰ ਗੁਰਮਤਿ ਸਿਧਾਂਤਾਂ ਦਾ ਗਿਆਨ ਨਾ ਹੋਣ ਕਰਕੇ ਰਾਮ ਸ਼ਬਦ ਦੇ ਬੜੇ ਗਲਤ ਅਰਥ ਕਰ ਦਿੰਦੇ। ਬਹੁਤ ਸਾਰੇ ਥਾਵਾਂ, ਬਲਕਿ ਕਈ ਥਾਂ 'ਤੇ ਇਹਦੀ ਬਹਿਸ ਹੋ ਚੁੱਕੀ ਹੈ। ਮੇਰੇ ਆਪਣੇ ਗੁਆਂਢ ਵਿੱਚ ਬਹਿਸ ਹੋਈ ਇਹਦੀ। ਸਰਹੰਦ ਉੱਥੇ ਇੱਕ ਮਾਸਟਰ ਜੀ ਲੱਗੇ ਸੀ ਸਾਡੇ, ਉੱਥੇ +2 ਤੱਕ ਸਕੂਲ ਹੈ, ਬੜੇ ਬੀਬੇ ਸੀ, ਚਲੇ ਗਏ ਸੰਸਾਰ ਤੋਂ। ਉਹਨਾਂ ਨੂੰ ਇੱਕ ਹਿੰਦੂ ਭਰਾ ਨੇ ਕਿਹਾ ਕਿ ਦੇਖੋ ਜੀ ਕਿੱਡੀ ਮੂਰਖਤਾਈ ਹੈ ਸਿੱਖਾਂ ਵਿੱਚ, ਇਹ ਸ਼ਬਦ ਵਰਤਿਆ, ਖਿਮਾ ਕਰਨੀ। ਤੇ ਪਹਿਲੀ ਤਾਂ ਇਹੀ ਘੋਰ ਅਪਮਾਨ ਹੈ ਕਿਸੇ ਕੌਮ ਨੂੰ ਇਹ ਕਹਿਣਾ, ਇਹੀ ਵੱਡੀ ਗਲਤੀ ਹੈ। ਕਹਿੰਦੇ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਤਾਂ ਥਾਂ ਥਾਂ ਰਾਮ ਜੀ ਦੀ ਗੱਲ ਕੀਤੀ ਹੋਈ ਹੈ, ਤੇ ਇਹ ਬੜੇ ਉਲਟੇ ਪੁਲਟੇ ਅਰਥ ਕਰਦੇ ਹੈ। ਰਾਮ ਦੀ ਬੜੀ ਵਡਿਆਈ ਕੀਤੀ ਹੈ। ਮਾਸਟਰ ਜੀ ਹੁਣ ਸੰਸਾਰਕ ਵਿਦਿਆ ਵਿੱਚ ਭਾਵੇਂ ਉਹ ਵੱਡੇ ਸੀ, ਪਰ ਪਰਮਾਰਥੀ ਵਿਦਿਆ ਵਿੱਚ ਤਾਂ ਉਹਨਾਂ ਨੂੰ ਕੋਈ ਬਹੁਤਾ ਗਿਆਨ ਨਾ ਹੋਣ ਕਰਕੇ ਤੇ ਉਹ ਉਲਝ ਗਏ, ਜਵਾਬ ਠੀਕ ਨਹੀਂ ਦੇ ਸਕੇ। ਤੇ ਉਦੋਂ ਬਾਅਦ ਮੇਰੇ ਕੋਲ ਆਏ, ਮੈਂ ਮਿਲਿਆ ਨਾ ਉਹਨਾਂ ਨੂੰ। ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਕਰਕੇ ਉਹਨਾਂ ਨੇ ਸਹਿਜ ਪਾਠ ਰਖ ਲਿਆ। ਦੇਖੋ ਕੈਸੀ ਖੇਡ ਹੈ, ਕਿਸੇ ਕੋਲ ਨਹੀਂ ਗਏ, ਪਾਠ ਕਰਦੇ ਗਏ। ਹੁਣ ਬਾਣੀ ਦੇ ਅਰਥ ਭਾਈ ਵੀਰ ਸਿੰਘ ਜੀ ਕਹਿੰਦੇ, ਡਾਕਟਰ ਭਾਈ ਵੀਰ ਸਿੰਘ ਕਹਿੰਦੇ ਬਾਣੀ ਦਾ ਟੀਕਾ ਬਾਣੀ ਵਿੱਚ ਹੀ ਲਿਖਿਆ ਹੋਇਆ ਹੈ। ਬਹੁਤ ਸਾਰੇ ਅਰਥ ਜਿਹੜੇ ਤੁਕ ਇੱਥੇ ਨਹੀਂ ਖੁੱਲ੍ਹੇ, ਅੱਗੇ ਜਾ ਕੇ ਖੁੱਲ੍ਹ ਜਾਏਗੀ। ਪੜ੍ਹਦਾ ਗਿਆ, ਸ਼ਬਦ ਆ ਗਿਆ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਕਸ਼ਮਣ ਵਿਛੜ ਗਿਆ। ਉਹਨੇ ਨੋਟ ਕਰ ਲਈਆਂ ਤੁਕਾਂ, ਕੁਝ ਹੋਰ ਨੋਟ ਕਰ ਲਈਆਂ। ਉਹ ਆ ਕੇ ਕਹਿਣ ਲੱਗਾ, ਭਾਈ ਗੁਰੂ ਗ੍ਰੰਥ ਸਾਹਿਬ ਤੇ ਰਾਮ ਤਾਂ ਉਹ ਵੀ ਲਿਖਿਆ ਹੋਇਆ ਜਿਹਦੀ ਤੁਸੀਂ ਗੱਲ ਕਰਦੇ ਹੋ, ਪਰ ਗੁਰੂ ਗ੍ਰੰਥ ਸਾਹਿਬ ਦੇ 'ਚ ਉਹਨੂੰ ਰੋਂਦਾ ਦਿਖਾਇਆ ਹੋਇਆ ਵੀ ਰੋਵੈ ਰਾਮ। ਰੋਇਆ ਸੀ? ਤੁਸੀਂ ਦੱਸੋ ਜਰਾ ਕਿ ਰੋਇਆ ਸੀ? ਕਹਿੰਦੇ ਜੀ ਰੋਇਆ ਸੀ। ਕਿਉਂ ਰੋਇਆ ਸੀ? ਅਸੀਂ ਜੀ ਸੀਤਾ ਵਿਛੜ ਗਈ ਸੀ, ਲక్ష్మణ। ਕਹਿੰਦੇ ਇਹੀ ਗੱਲ ਲਿਖੀ ਆ ਗੁਰੂ ਗ੍ਰੰਥ ਸਾਹਿਬ, ਇਹ ਤੁਕ ਕੰਠ ਕਰੋ, ਰਾਮ ਦੇ ਵਾਸਤੇ ਹੈ।
राम चार प्रकार का है, ध्यान रखना है। एक राम दशरथ का बेटा, त्रेते युग विच युग अवतार है, कोई अवतारां की निंदा नहीं, कोई अपजस नहीं, सिद्धांत किसी की कोई लिहाज नहीं करेगा। सिख सिद्धांतां का पुजारी है, सिख अद्वैतवादी है, सिख एक की पूजा करने वाला है। इसलिए सिद्धांतां दे विच प्रगट है कि एक राम भगवान विष्णु जी के 24 अवतारां चों युग अवतार त्रेते विच हुंदा है। बड़े बड़े राक्षसां का नाश किया है। सतयुग तै माणियो छलियो बल बावन भायो, त्रेते ता माणियो राम रघुवंश गायो। कोई अपमान नहीं। एक राम दशरथ का बेटा, एक राम कटकट में लेटा। एक और राम है जिहड़ा सारियां घटां दे विच रह रहा है। सवै घट राम बोले, रामा बोले, राम बिना को बोले रे। एकल माटी कुंचर चीटी, पांजन है बो ना रे। अस्थावर जंगम कीट पतंग, खटखट राम समाना रे। वो राम सारी जगह है, इस करके उन्होंने रमन राम ते राम कहायो। ਉਹਦਾ नाम ही राम तां पिया, वो रमन कर रहा, सारी जगह ही रमन कर रहा है। एक राम, देखो चार किस्मां राम दियां। एक राम दशरथ का बेटा, एक राम कटकट में लेटा, एक राम का सगल पसारा। ईश्वर रूप होकर के सारियां दी सरगुण स्वरूप धारण के नाभ कमल ते ब्रह्म उपजे, वेद पढ़े मुखकंठ सवार, सृष्टि रचना कर रहा है। एक राम का सगल पसारा। और चौथा राम किहड़ा? एक राम सब हों ते न्यारा, दीसै सब संग रहे अलेपा, नह व्यापै उन्माई। एक राम ऐसा है, उसे राम नूं रमे होए नूं निरंजन कहते हैं, माया रूपी कालख तो रहत है। सो इस करके ऐसा जो परमेश्वर है, वो राम परमेश्वर वाहिगुरु ने ये कारज करने वास्ते आप आउणा कीता है जी। धरत सुहावी ताल सुहावा, बिच अमृत जल छाया राम। ਅੰਮ੍ਰਿਤਸਰ ਸਾਹਿਬ ਦੀ ਧਰਤੀ ਇਰਦੋ ਗਿਰਦੀ ਸੋਭਨੀਕ ਹੋ ਗਈ, ਸੁਹਾਵਣੀ ਹੋ ਗਈ। ਜਿੱਥੇ ਪਰਮੇਸ਼ਰ ਆਪ ਆ ਜਾਏ। ਮੇਰੇ ਚੇਤੇ ਆ ਰਹੀ ਹੈ ਜਿੱਥੇ ਭਗਤ ਧੰਨਾ ਜੀ ਦੇ ਕਾਰਜ ਸਿੱਧ ਕਰਨ ਵਾਸਤੇ ਭਗਵਾਨ ਜੀ ਆਪ ਆਏ ਸਨ। ਮੈਂ 2-3 ਵਾਰ ਉਸ ਜਗ੍ਹਾ ਤੇ ਪਹੁੰਚਿਆ, उस खूह ਨੂੰ देखा ਜਿਹੜਾ ਰੱਬ ਨੇ ਖੂਹ ਹੱਕਿਆ ਸੀ ਧੰਨੇ ਦਾ। ਮੈਂ ਉਹਨਾਂ ਖੇਤਾਂ ਨੂੰ ਦੇਖਿਆ, 8 ਵੀਘੇ ਦਾ ਖੇਤ ਹੈ ਜਿੱਥੇ ਭਗਵਾਨ ਜੀ ਨੇ ਆਪ ਹਲ ਵਾਹਿਆ ਸੀ। ਦੇਖੋ परमात्मा ਭਾਵਨਾ ਦੇ ਵਸ ਹੈ। ਜੇ ਭਾਵਨਾ ਨਹੀਂ ਤਾਂ ਕੁਝ ਵੀ ਨਹੀਂ ਹੈ। ਜਿਹਨੂੰ ਭਾਵਨਾ ਨਹੀਂ ਉਹਦੇ ਵਾਸਤੇ ਰੱਬ ਕੋਈ ਚੀਜ਼ ਨਹੀਂ ਹੈ। ਤੇ ਅੱਜ ਵੀ, ਅੱਜ ਦੀ ਤਾਰੀਖ ਵਿੱਚ ਜਾਓ, ਉੱਥੇ ਪਹੁੰਚ ਕੇ ਉੱਥੇ ਦੇ ਪ੍ਰਬੰਧਕਾਂ ਨੂੰ ਜਾ ਕੇ ਪੁੱਛੋ ਕਿਹਾ ਜੀ ਇਹ ਬਾਤ ਜਿਹੜੀ ਰੰਧਾਵੇ ਵਾਲੇ ਨੇ ਕਹੀ ਸੀ ਇਹ ਠੀਕ ਹੈ? ਇਹ ਤਸਦੀਕ ਉੱਥੇ ਜਾ ਕੇ ਕਰਿਓ। ਉਸ ਖੇਤ ਦੇ ਵਿੱਚੋਂ ਅੱਜ ਵੀ ਜਿੱਥੇ ਭਗਵਾਨ ਦੇ ਚਰਨ ਪਏ ਹੈ, ਉਸ ਮਿੱਟੀ ਦੇ ਵਿੱਚ ਅੱਜ ਵੀ ਇੱਕ ਐਸੀ ਸ਼ਕਤੀ ਹੈ ਕਿ ਜਿਹੜੀ ਫਸਲ ਨੂੰ ਕੁਦਰਤੀ ਆਫਤਾਂ ਪੈ ਜਾਂਦੀਆਂ ਨੇ, ਕਈ ਵਾਰ ਫਸਲਾਂ ਨੂੰ ਕੀੜੇ ਲੱਗ ਜਾਂਦੇ ਨੇ, ਕਈ ਕੁਛ ਹੋ ਜਾਂਦਾ ਹੈ, ਫਸਲ ਕਾਮਯਾਬ ਨਹੀਂ ਹੁੰਦੀ। ਤੇ ਜਿਹੜੀ ਫਸਲ ਕਾਮਯਾਬ ਨਹੀਂ ਹੁੰਦੀ, ਉਸ ਥਾਂ ਦੀ ਮਿੱਟੀ ਲਿਆ ਕੇ ਖੇਤਾਂ ਦੇ ਵਿੱਚ ਛਿੜਕਦੇ ਦੇਖੇ ਗਏ ਲੋਕ, ਜ਼ਿਮੀਂਦਾਰ ਕਹਿੰਦੇ ਜੀ ਫਸਲ ਬਿਲਕੁਲ ਠੀਕ ਹੋ ਜਾਂਦੀ ਹੈ। ਤੇ ਮੈਂ ਉੱਥੇ ਜਿਹੜੇ ਸੇਵਾਦਾਰ ਨੂੰ ਗੁਰਮੁਖ ਪਿਆਰੇ ਭਾਈ ਸ਼ੇਰ ਸਿੰਘ ਜੀ ਨੂੰ ਪੁੱਛਿਆ, ਸ਼ੇਰ ਸਿੰਘ ਜੀ ਕਹਿੰਦਾ ਜੀ ਇੱਥੇ ਦੀਆਂ ਬਾਤਾਂ ਜਿਹੜੀਆਂ ਕਹਿ ਹੀ ਨਹੀਂ ਹੋ ਸਕਦੀ। ਇੱਥੇ ਨਿਤ ਕ੍ਰਿਸ਼ਮੇ ਬਣਦੇ ਅਸੀਂ ਦੇਖਦੇ ਹਾਂ। ਤੇ ਕਈ ਵਾਰ ਪੂਰਨਮਾਸ਼ੀ ਦੀ ਰਾਤ ਨੂੰ ਤੇ ਆਵਾਜ਼ ਕੀਰਤਨ ਦੀ ਸੁਣਾਈ ਦੇ ਰਹੀ ਹੈ, ਰਾਗੀ ਕਿਤੇ ਵੀ ਨਹੀਂ ਹੈ। ਕਈ ਵਾਰ ਅੰਬਰ ਤੋਂ ਕੇਸਰ ਦਾ ਛਿੜਕਾਅ ਹੁੰਦਾ, ਕੱਪੜਿਆਂ ਦੇ ਉੱਤੇ ਉਹਦੇ ਛੱਟੇ ਲੱਗਣੇ। ਇਹ ਸਭ ਕੁਝ ਭਾਵਨਾ ਵਾਲਿਆਂ ਵਾਸਤੇ ਹੈ, ਨਾਸਤਕਾਂ ਵਾਸਤੇ ਨਹੀਂ। ਤੇ ਇਸ ਕਰਕੇ ਸਾਧ ਸੰਗਤ ਜੀ, ਜਿੱਥੇ ਪਰਮੇਸ਼ਰ ਜੀ ਆਪ ਆ ਜਾਣ, ਉਹ ਫਿਰ ਸੁਹਾਵਣਾ ਥਾਂ ਤਾਂ ਹੋਏਗਾ।
ਤੇ ਇਸ ਨੂੰ ਤਾਂ ਆਪਣਾ ਘਰ ਕਿਹਾ ਹੈ, ਮੇਰਾ ਆਪਣਾ ਘਰ ਹੈ, ਹਰੀ ਦਾ ਮੰਦਰ ਹੈ। ਇਸ ਕਰਕੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਸੋਭਨੀਕ ਹੋ ਗਈ। ਤਾਲ ਸੁਹਾਵਾ, ਤਾਲ ਨਾਮ ਹੈ ਸਰੋਵਰ ਦਾ। ਭਗਵਾਨ ਜੀ ਦੇ ਆਉਣ ਦੇ ਨਾਲ ਇਹ ਵੀ ਸੁਭਾਏਮਾਨ ਹੋ ਗਿਆ। ਔਰ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਉਸ ਰਮੇ ਹੋਏ ਪਰਮਾਤਮਾ ਦੇ ਹੁਕਮ ਵਿੱਚ, ਤੇ ਅੰਮ੍ਰਿਤ ਜਲ ਰੂਪ ਹੋ ਕਰਕੇ ਛਾਇਆ ਕੀ ਸਥਿਤ ਹੋਇਆ ਹੋਇਆ ਹੈ। ਅੰਮ੍ਰਿਤ ਪਾਣੀ ਰੂਪ ਹੋ ਕਰਕੇ ਸਥਿਤ ਹੋਇਆ ਹੋਇਆ ਹੈ। ਦੁਨੀਆ ਦੇ ਸਰੋਵਰਾਂ ਨੂੰ ਸਰੋਵਰ ਕਿਹਾ ਜਾਏਗਾ, ਸਰੋਵਰ ਦਾ ਪਾਣੀ ਕਿਹਾ ਜਾਏਗਾ, ਲੇਕਿਨ ਅੱਜ ਤੱਕ ਕਿਸੇ ਦਾ ਹੌਸਲਾ ਨਹੀਂ ਪਿਆ ਕਿ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਪਹੁੰਚ ਕੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜੋ ਕੁਛ ਹੈ ਉਹਨੂੰ ਕਹਿ ਦੇਵੇ ਵੀ ਇੱਥੇ ਪਾਣੀ ਹੈ ਜੀ ਆਲੇ ਦੁਆਲੇ। ਹਿੰਮਤ ਨਹੀਂ ਪੈ ਸਕਦੀ। ਕਿਉਂ? ਪਾਣੀ ਨਹੀਂ ਹੈ। ਉਸ ਸਰ ਸਰੋਵਰ ਦਾ ਨਾਮ ਅੰਮ੍ਰਿਤਸਰ, ਸ਼ਹਿਰ ਦਾ ਨਾਮ ਪੈ ਗਿਆ ਉਹਦੇ ਨਾਂ ਤੇ। ਸਰ ਨਾਮ ਸਰੋਵਰ ਦਾ ਹੈ, ਅੰਮ੍ਰਿਤ ਦਾ ਸਰੋਵਰ। ਉਸ ਵਾਹਿਗੁਰੂ ਦੀ ਬੜੀ ਅਚਰਜ ਲੀਲਾ ਹੈ। ਲੋਕੀ ਮੁਕਤੀ ਵਾਸਤੇ ਬੜੇ ਬੜੇ ਸਾਰੇ ਧਰਮਾਂ ਦੇ ਲੋਕ ਯਤਨ ਕਰਦੇ ਨੇ ਮੁਕਤੀ ਮਿਲ ਜਾਏ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਇੱਕ ਮੁਕਤੀ ਦਾ ਸਰੋਵਰ ਦੇ ਦਿੱਤਾ, ਮੁਕਤ ਸਰ। ਮੁਕਤੀ ਦਾ ਸਰੋਵਰ ਹੈ। ਜਪਜੀ ਦਾ ਪਾਠ ਕਰੋ ਤੇ ਇਸ਼ਨਾਨ ਕਰੋ, ਤੇ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ 40 ਮੁਕਤਿਆਂ ਦਾ ਸੰਸਕਾਰ ਆਪਣੇ ਹੱਥੀਂ ਆਪ ਬਾਣੀ ਪੜ੍ਹ ਕੇ ਤੇ ਆਪ ਅਰਦਾਸਾ ਸੋਧ ਕੇ ਚੰਡਾ ਦਿੱਤਾ ਸੀ ਆਪਣੇ ਹੱਥੀਂ ਆਪਣੇ ਸਿੱਖ ਪੁੱਤਰਾਂ ਨੂੰ, ਤੇ ਉਹਦਾ ਨਾਮ ਰੱਖਿਆ ਮੁਕਤਸਰ। ਮਹਾਰਾਜ ਕਹਿੰਦੇ ਮੁਕਤਿਓ, ਤੁਸੀਂ ਤਾਂ ਮੁਕਤੇ ਹੋ, ਤੁਹਾਡੇ ਕਾਰਨ ਜਿਹੜਾ ਭਾਵਨਾ ਧਰ ਕੇ ਜਪਜੀ ਦਾ ਪਾਠ ਕਰੇਗਾ ਤੇ ਸਰੋਵਰ ਦਾ ਇਸ਼ਨਾਨ ਕਰੇਗਾ ਉਹ ਵੀ ਮੁਕਤ ਹੋ ਜਾਏਗਾ। ਪਰ ਕੁਰੈਤੀਆ ਨਾ ਹੋਵੇ। ਕੁਰੈਤੀਆ ਤਾਂ ਗੁਰੂ ਘਰ ਦਾ ਚੋਰ ਹੈ, ਸੁਧਾਈ ਕਰਾ ਲਵੇ ਆਪਣੀ ਜੇ ਐਸੇ ਕੋਈ ਗੜਬੜ ਹੋ ਜਾਏ। ਤੇ ਫਿਰ ਲੋਕੀ ਆਨੰਦ ਲੱਭਦੇ ਫਿਰਦੇ ਨੇ, ਤੇ ਗੁਰੂ ਨੇ ਇੱਕ ਆਨੰਦ ਦੀ ਪੂਰੀ ਦੇ ਦਿੱਤੀ। ਆਨੰਦਪੁਰ ਇੱਕ ਨਗਰੀ ਤੁਹਾਨੂੰ ਆਨੰਦਾਂ ਦਾ ਦੇ ਦਿੱਤਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇ ਉਸ ਗੁਰੂ ਨੇ ਜਿੱਥੇ ਅੰਮ੍ਰਿਤਸਰ ਸਤਿਗੁਰ ਸਤ ਬਾਦੀ, ਜਿੱਥੇ ਨਾਤੇ ਕਊਆ ਹੰਸ ਹੋਇਆ। ਤੇ ਐਸੇ ਅੰਮ੍ਰਿਤਸਰ ਸਾਹਿਬ ਦੀ ਵਡਿਆਈ ਕਰ ਰਹੇ ਨੇ ਸਤਿਗੁਰੂ ਜੀ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਅੱਧੀ ਪੰਕਤੀ ਬੜੋ ਅਰਥ ਰੋਲ ਜਾਂਦਾ ਕਈ ਵਾਰੀ, ਅੱਧੀ ਬੋਲੀ ਬੋਲਦੇ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਤੇ ਅੰਮ੍ਰਿਤ ਜਲ ਛਾਇਆ, ਇਹਦੇ ਚ ਅੰਮ੍ਰਿਤ ਜਲ ਸਥਿਤ ਹੋਇਆ ਤੇ ਪੂਰਨ ਸਾਜ ਕਰਾਇਆ। ਇਸ ਨੂੰ ਸਾਜਣ ਦਾ ਹੇ ਪਰਮੇਸ਼ਰ ਵਾਹਿਗੁਰੂ, ਇਹਦੀ ਸਿਰਜਣਾ ਕਰਨ ਦਾ ਇਹ ਪੂਰਨ ਕੰਮ ਤੁਸੀਂ ਕੀਤਾ। ਸੰਪੂਰਨ ਜਿਵੇਂ ਰੋੜਾਂ ਦਾ ਕੱਟ ਅੜ ਗਿਆ ਸੀ, ਤੁਸੀਂ ਆ ਕੇ ਕਾਰਜ ਪੂਰਾ ਕਰ ਦਿੱਤਾ। ਕੱਲ ਅਧੂਰਾ ਰਹਿ ਗਿਆ ਸੀ ਤੁਹਾਡੇ ਸੇਵਕਾਂ ਦੇ ਕੋਲੋਂ, ਤੇ ਤੁਸੀਂ ਆਪ ਆ ਕੇ ਪੂਰਨ ਕਰ ਦਿੱਤਾ ਹੈ। ਸਗਲ ਮਨੋਰਥ ਪੂਰੇ। ਮਨ ਦੇ ਇਹ ਸੰਕਲਪ ਪੂਰੇ ਹੋ ਗਏ ਕਿ ਸਰੋਵਰ ਸਾਹਿਬ ਦੀ ਖੁਦਵਾਈ ਠੀਕ ਤਰੀਕੇ ਨਾਲ ਹੋ ਜਾਏ, ਤੇ ਸੰਪੂਰਨਤਾ ਬਖਸ਼ ਦਿੱਤੀ ਹੈ। ਮਨ ਦੇ ਸੰਕਲਪ ਪੂਰੇ ਹੋ ਗਏ। ਜੈ ਜੈਕਾਰ ਭਇਆ ਜਗ ਅੰਤਰ। ਤੇ ਹੁਣ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਸੰਸਾਰ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਲਾਥੇ ਸਗਲ ਬਿਸੂਰੇ। ਬਿਸੂਰੇ ਨਾਮ ਝੋਰਿਆਂ ਦਾ ਹੈ। ਤੇ ਝੁਰਨਾ ਜੋ ਤੁਹਾਡੇ ਨਾਮ ਦੇ ਨਾਲ ਜੁੜ ਜਾਣ ਉਹਨੂੰ ਕੋਈ ਝੋਰਾ ਨਹੀਂ ਰਹਿੰਦਾ। ਜੋ ਤੁਹਾਡੇ ਇਸ ਹਰਿਮੰਦਰ ਦੇ ਨਾਲ ਜੁੜਨਗੇ ਝੋਰਾ ਨਹੀਂ ਰਹੇਗਾ। ਇਹ ਬਿਨਸ ਗਏ, ਨਾਸ ਹੋ ਗਏ ਸਿੱਖਾਂ ਦੇ ਝੋਰੇ। ਪੂਰਨ ਪੁਰਖ ਅਚੁੱਤ ਅਵਿਨਾਸੀ। ਤੇ ਪੂਰਨ ਪੁਰਖ, ਪੁਰਖ ਦੇ ਬੜੇ ਅਰਥ ਹਨ। ਪੂਰਨ ਜਿਹਦੇ ਵਿੱਚ ਕੋਈ ਅਧੂਰਾਪਣ ਨਾ ਹੋਵੇ, ਤੇ ਪੁਰਖ ਪੂ ਨਾਮ ਨਰਕਾਂ ਦਾ, ਰੱਖ ਨਾਮ ਰੱਖਿਆ ਕਰਨ ਵਾਲੇ ਦਾ। ਤੇ ਜਿਹੜਾ ਨਰਕਾਂ ਤੋਂ ਰੱਖਿਆ ਕਰੇ ਸੋ ਕਹੀਏ ਪੁਰਖ। ਪੁਰਖ ਸੰਸਕ੍ਰਿਤ ਵਿੱਚ ਵਿਆਪਕ ਨੂੰ ਕਹਿੰਦੇ ਨੇ। ਤੇ ਪੁਰ ਨਾਮ ਪੁਰੀਆਂ ਦਾ ਹੈ। ਤੀਸਰੇ ਅਰਥ ਵਿੱਚ ਪੁਰ ਨਾਮ ਪੁਰੀਆਂ ਦਾ ਹੈ। ਖੇ ਨਾਮ ਆਕਾਸ਼ ਦਾ ਹੈ। ਜਿਵੇਂ ਆਕਾਸ਼ ਸਾਰੀ ਜਗ੍ਹਾ ਪਰਿਪੂਰਨ ਹੈ, ਜੋ ਸਾਰੀਆਂ ਪੁਰੀਆਂ ਜੀ ਬ੍ਰਹਮਪੁਰੀ, ਵਿਸ਼ਨਪੁਰੀ, ਇੰਦਰਪੁਰੀ, ਕੁਮੇਰਪੁਰੀ,
ਤੇ ਤਿੰਨੇ ਲੋਕ 14 ਪਵਨ ਸਾਰਿਆਂ ਦੇ ਵਿੱਚ ਪਰਿਪੂਰਨ, ਖੇ ਆਕਾਸ਼ ਦੀ ਨਾਈ ਸੋ ਕਹੀਏ ਪੁਰਖ। ਤੇ ਜਿਹੜਾ ਉਸ ਦੇ ਨਾਲ ਜੁੜ ਜਾਂਦਾ ਹੈ ਉਹਦੀ ਨਰਕ ਆਦਿ ਤੋਂ ਰੱਖਿਆ ਕਰਨ ਵਾਲਾ ਹੈ। ਤੇ ਐਸਾ ਜੋ ਪਰਮੇਸ਼ਰ ਹੈ ਪੂਰਨ ਪੁਰਖ ਅਚੁੱਤ, ਅਚੁੱਤ ਕਹਿੰਦੇ ਨੇ ਸਾਧ ਸੰਗਤ ਜੀ ਜਿਹੜਾ ਆਪਣੀ ਥਾਂ ਤੇ ਅਟਲ ਰਹਿਣ ਵਾਲਾ ਹੈ, ਸਥਿਤ ਰਹਿਣ ਵਾਲਾ ਹੈ, ਜਿਹੜਾ 84 ਦੇ ਗੇੜੇ 'ਚ ਨਹੀਂ ਆਉਣ ਵਾਲਾ। ਤੇ ਇਸ ਨੂੰ ਸੰਪਰਦਾਇ ਟੀਕਿਆਂ 'ਚ ਅਗਿੜ ਕਿਹਾ ਹੈ, ਅਗਿੜ ਠੀਕ ਹੈ, ਆਪਣੀ ਥਾਂ ਤੇ ਉਹ ਵੀ ਅਰਥ ਹੈ। ਤੇ ਅਵਿਨਾਸੀ, ਨਾਸ ਤੋਂ ਰਹਿਤ ਹੈ। ਪੂਰਨ ਪੁਰਖ ਅਚੁੱਤ ਅਵਿਨਾਸੀ, ਕਦੇ ਨਾਸ ਨਹੀਂ ਹੁੰਦਾ, ਜਿਸ ਦਾ ਜਸ ਵੇਦ ਪੁਰਾਣੀ ਗਾਇਆ, ਜਿਸ ਦਾ ਜਸ ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਣ ਵੇਦ, ਚਾਰੇ ਵੇਦਾਂ ਦੇ ਵਿੱਚ ਗਾਇਆ ਹੋਇਆ ਹੈ। 18 ਪੁਰਾਣਾਂ 'ਚ ਮੱਧਮ ਬਧਮ ਬਰੇ ਚਰਿਤੇ ਇਤਿਆਦ ਕਿਨਾਂ ਦੇ ਨਾਮ ਹਨ। ਉਹਨਾਂ ਪੁਰਾਣਾਂ ਦੇ ਵਿੱਚ ਵੀ ਐ ਮੇਰੇ ਪਰਮੇਸ਼ਵਰ ਜੀਓ ਤੁਹਾਡਾ ਜਸ ਕੀ ਸੋਭਾ ਗੈਨ ਕੀਤੀ ਹੋਈ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਹੇ ਪਰਮੇਸ਼ਵਰ ਜੀਓ ਤੁਸੀਂ ਆਪਣਾ ਧਰਮ ਪਾਲਿਆ। ਬਿਰਦ ਨਾਮ ਧਰਮ ਦਾ ਹੁੰਦਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ, ਇਹ ਤੇਰਾ ਧਰਮ ਹੈ। ਤੇ ਤੁਸੀਂ ਮਹਾਰਾਜ ਇਹ ਧਰਮ ਪਾਲਿਆ। ਪਰਮੇਸ਼ਰ ਕਿਹਾ, ਪਰਮੇਸ਼ਰ ਦਾ ਅਰਥ ਪਰਮ ਜਮਾ ਈਸ਼ਵਰ, ਪਰਮੇਸ਼ਵਰ ਪਰਮ ਨਾਮ ਵੱਡੇ ਦਾ ਹੁੰਦਾ ਹੈ, ਵੱਡਾ ਈਸ਼ਵਰ, ਇਹਦਾ ਮਤਲਬ ਛੋਟੇ ਈਸ਼ਵਰ ਵੀ ਹੁੰਦੇ ਆ। ਰਮਾਇਣ ਦੇ ਅੰਦਰ 5 ਈਸ਼ਵਰ ਲਿਖੇ ਨੇ, ਪੁਰਾਣਾਂ ਦੇ ਅੰਦਰ 5 ਈਸ਼ਵਰ ਲਿਖੇ ਨੇ, ਵੇਦਾਂ ਦੇ ਅੰਦਰ 5 ਈਸ਼ਵਰ ਲਿਖੇ ਨੇ। ਇਸ ਲਈ ਫਿਰ ਈਸ਼ਵਰ ਜੇ ਕੱਲਾ ਕਹਿ ਦਿੰਦੇ, ਉਧਰ ਕੱਲਾ ਈਸ਼ਵਰ ਕਿਹਾ ਜਪਜੀ, ਗੁਰ ਈਸ਼ਵਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਕੱਲਾ ਈਸ਼ਵਰ ਨਹੀਂ, ਪਰਮ ਜਮਾ ਈਸ਼ਵਰ, ਜਿਹੜਾ ਇਹਨਾਂ ਈਸ਼ਵਰਾਂ ਦਾ ਵੀ ਈਸ਼ਵਰ ਹੈ, ਉਹ ਪਰਮ ਕਹੀਏ ਵੱਡਾ ਹੈ। ਤੇ ਇਹ ਜਿਹੜੇ ਈਸ਼ਵਰ ਮੰਨੇ ਨੇ, ਅਸ਼ਟਪਦੀ ਦੇਵੀ ਨੂੰ ਵੀ ਈਸ਼ਵਰ ਲਿਖਿਆ ਉੱਥੇ ਪੁਰਾਣਾਂ ਦੇ ਅੰਦਰ, ਕਿਉਂਕਿ ਆਦਿ ਸ਼ਕਤੀ ਮੰਨੀ ਹੈ, ਕਿਸੇ ਮਾਤਾ ਦੇ ਪੇਟ ਤੋਂ ਨਹੀਂ ਜੰਮੀ। ਪਰਮੇਸ਼ਰ ਨੇ ਜਿਸ ਪ੍ਰਕਾਰ ਇਹਦਾ ਖੇਡ ਆ, ਕਿਤੇ ਈਸ਼ਵਰੀ ਰੂਪ 'ਚ ਪ੍ਰਗਟ ਹੋਵੇ, ਕਿਤੇ ਕਿਸੇ ਰੂਪ ਦੇ ਪ੍ਰਗਟ ਹੋਵੇ। ਆਹ ਸਾਰਾ ਸੰਸਾਰ ਵੀ ਉਸ ਦਾ ਰੂਪ ਪ੍ਰਗਟ ਹੋਇਆ ਹੋਇਆ। ਤੇ ਉਹ ਸ਼ਕਤੀਆਂ ਦੇ ਕੇ ਦੇਤਾਂ ਦਾ ਨਾਸ ਕਰਾਇਆ। ਬਲ ਕਿਹਨੇ ਦਿੱਤਾ ਸੀ? ਅਕਾਲ ਪੁਰਖ ਨੇ ਦਿੱਤਾ ਉਸ ਨੂੰ। ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸਹਿਸਾਰ ਹੋ ਪਾਇਆ। ਤੇ ਉਸ ਪਰਮੇਸ਼ਰ ਨੇ ਸਾਰੀ ਖੇਡ ਰਚੀ ਹੋਈ ਹੈ। ਬਰਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਤੇ ਇਸ ਪ੍ਰਕਾਰ ਉਹ ਪਰਮਾਤਮਾ ਨੇ ਸਾਰਿਆਂ ਨੂੰ ਇਹ ਸ਼ਕਤੀਆਂ ਦਿੱਤੀਆਂ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਰਾਇਆ। ਤੇ ਤੇਤੋਂ ਸਾਰਿਆਂ ਨੇ ਬਲ ਲਿਆ, ਤਾਂ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ। ਤੇ ਇਸ ਕਰਕੇ ਪਰਮੇਸ਼ਰ ਨੇ ਸ਼ਕਤੀਆਂ ਦੇ ਕੇ ਜਿਨ੍ਹਾਂ ਨੂੰ ਭੇਜਿਆ, ਤੇ ਉਹਨਾਂ ਦਾ ਨਾ ਤਾਂ ਸਿੱਖ ਧਰਮ ਉਹਨਾਂ ਦੀ ਪੂਜਾ ਕਰਦਾ ਤੇ ਨਾ ਹੀ ਉਹਨਾਂ ਦੀ ਨਿੰਦਾ ਕਰਦਾ, ਅਪਜਸ ਵੀ ਨਹੀਂ ਕਰਦਾ। ਅਦਵੈਤ ਮਤ ਹੈ ਸਾਡਾ। ਸੋ ਇਸ ਕਰਕੇ ਉਹਨੂੰ ਪਰਮੇਸ਼ਰ ਤਾਂ ਕਹਿੰਦੇ, ਕਿਉਂਕਿ ਹਿੰਦੂ ਮਤ ਦੇ ਅੰਦਰ ਅਸ਼ਟਪਦੀ ਦੇਵੀ ਨੂੰ ਈਸ਼ਵਰ ਮੰਨਿਆ, ਵਿਸ਼ਨੂੰ ਜੀ ਈਸ਼ਵਰ ਮੰਨਿਆ, ਤੇ ਸ਼ਿਵ ਜੀ ਨੂੰ ਈਸ਼ਵਰ ਮੰਨਿਆ, ਸੂਰਜ ਨੂੰ ਈਸ਼ਵਰ ਮੰਨਿਆ, ਗਣੇਸ਼ ਨੂੰ ਈਸ਼ਵਰ ਮੰਨਿਆ। ਤੇ ਹੁਣ ਸਿੱਖ ਧਰਮ 'ਚ ਇਹਨਾਂ ਈਸ਼ਵਰਾਂ ਦੀ ਪੂਜਾ ਨਹੀਂ ਹੈ। ਸਾਡੇ ਕਿਹਦਾ? ਪਰਮ ਜਮਾ ਈਸ਼ਵਰ, ਜੋ ਇਹਨਾਂ ਦਾ ਵੀ ਈਸ਼ਵਰਾਂ ਦਾ ਈਸ਼ਵਰ ਹੈ, ਵਾਹਿਗੁਰੂ ਅਕਾਲ ਪੁਰਖ। ਤੇ ਉਸ ਦਾ ਜਸ ਆਪਣਾ ਬਿਰਦ ਰੱਖਿਆ ਪਰਮੇਸ਼ਵਰ, ਵਾਹਿਗੁਰੂ ਨੇ ਆਪਣਾ ਬਿਰਦ ਧਰਮ ਰੱਖਿਆ ਜੀ। ਨਾਨਕ ਨਾਨਕ ਨਾਮ ਤੇ ਆਇਆ। ਨਾਨਕ ਦੀ ਮੋਹਰ ਹੈ, ਗੱਦੀਵਾਚਕ ਸ਼ਬਦ ਹੈ। ਤੇ ਕਿਉਂਕਿ ਸ਼ੰਤ ਹੈ, ਸ਼ੰਤਾਂ ਵਿੱਚ ਸ਼ੰਤ ਦਾ ਪਹਿਲਾ ਸਾਧ ਜੀ ਪੌੜੀ ਪੂਰੀ ਹੋ ਰਹੀ ਹੈ। ਤੇ ਨਾਨਕ ਨਾਮ ਤੇ ਆਇਆ। ਅਸੀਂ ਦਾਸਾਂ ਨੇ ਤਾਂ ਉਸ ਵਾਹਿਗੁਰੂ ਦਾ ਨਾਮ ਹੀ ਚੇਤੇ ਕੀਤਾ, ਉਹਨੇ ਆਪਣੇ ਨਾਮ ਦੀ ਲਾਜ ਰੱਖੀ ਹੈ। ਨਵ ਨਿਧ ਸਿਧਰਦ ਦੀਨੇ ਕਰਤੇ। ਨਿਧੀਆਂ ਜਿਹੜੀਆਂ ਸਾਧ ਸੰਗੀਤ, ਧਨ ਰਾਸ਼ੀ, 9 ਪ੍ਰਕਾਰ ਦੀਆਂ ਨਿਧੀਆਂ ਮੰਨੀਆਂ। ਪਦਮਾ, ਮਹਾਪਦਮ, ਮਾਕਰ, ਕਸ਼ਪ, ਮਕੰਦ, ਕੁੰਦ, ਨੀਲ, ਸੰਖ, ਖਰਬ। ਇਹ ਇੱਕ ਇੱਕ ਦੀ ਵਿਆਖਿਆ ਦੇ ਲਈ ਤਾਂ ਵੱਖਰਾ ਹੀ ਸਮਾਂ ਚਾਹੀਦਾ ਹੈ, ਕਿਉਂਕਿ ਫਿਰ ਸ਼ਬਦ ਪੂਰਾ ਨਹੀਂ ਹੋਏਗਾ। ਤੇ 9 ਨਿਧੀਆਂ ਤੇ 18 ਪ੍ਰਕਾਰ ਦੀ ਸਿੱਧੀ ਹੈ। ਉਹਦੇ ਵਿੱਚੋਂ 8 ਮੁੱਖ ਹੈ, 10 ਗੌਣ ਹੈ। ਅਣਮਾ, ਮਹਿਮਾ, ਗਰਮਾ, ਲਗਮਾ, ਪ੍ਰਾਪਤ, ਪ੍ਰਾਕਮਾ, ਈਸਤਾ, ਵਸੀਕਰਨ। ਇਹ ਇੱਕ ਇੱਕ ਤੇ ਕਾਫੀ ਸਮਾਂ ਵਿਆਖਿਆ ਮੰਗਦਾ ਹੈ। ਰਿੱਧ ਇਹ 3 ਤਰ੍ਹਾਂ ਦੀ ਹੁੰਦੀ ਹੈ ਨਾ, ਤੇ ਨਿਧੀ ਹੁੰਦੀ ਹੈ, ਸਿੱਧੀ ਹੁੰਦੀ ਹੈ, ਰਿੱਧੀ ਹੁੰਦੀ ਹੈ।
ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਤੇ ਰਿੱਧੀ ਉਸ ਨੂੰ ਕਹਿੰਦੇ ਨੇ ਕਿ ਜਿਵੇਂ ਸਮਝ ਲਓ ਵੀ ਕੋਈ 1 ਕਿਲੋ ਸੇਰਕ ਚੌਲ ਰਿੰਨ ਲਏ, ਇਹ ਰਿੱਧੀ ਦਾ ਪ੍ਰਮਾਣ ਦੇ ਕੇ ਆਪ ਜੀ ਨੂੰ ਬੇਨਤੀ ਹੈ, ਰਿੰਨ ਲਏ ਤੇ ਖਾਣ ਵਾਲੇ ਹਜ਼ਾਰਾਂ ਆ ਗਏ, ਉਹਦੇ ਤੇ ਕੱਪੜਾ ਪਾ ਦਿੱਤਾ ਤੇ ਉਹ ਹਜ਼ਾਰਾਂ ਨੂੰ ਇੱਕ ਸੇਰ ਹੀ ਵਰਤਾ ਦਿੱਤਾ, ਮੁਖਿਆ ਨੇ ਇਹਨੂੰ ਰਿੱਧੀ ਕਹਿੰਦੇ। ਕਲਗੀਧਰ ਪਾਤਸ਼ਾਹ ਦੇ ਵੇਲੇ ਥੋੜ੍ਹਾ ਜਿਹਾ ਬਚਨ ਆ ਗਿਆ, ਧਰਮੀ ਪਿਤਾ ਦਾ ਸੰਨਿਆਸੀ ਆ ਗਏ, ਆਏ ਵੀ ਉਹ ਸਿੱਧ ਪੁਰਸ਼, ਬੜੀਆਂ ਬੜੀਆਂ ਸ਼ਕਤੀਆਂ ਦੇ ਮਾਲਕ, ਕਹਿੰਦੇ ਵੀ ਗੁਰੂ ਨਾਨਕ ਦੀਆਂ ਸ਼ਕਤੀਆਂ ਤੇ ਜਗ ਜਾਰਨ। ਇਹ ਤਾਂ ਸੁਣਿਆ ਵੀ ਕਿਰਪਾਨਾਂ ਵੀ, ਤੀਰ ਕਮਾਨ ਵੀ, ਬਰਛੇ ਵੀ, ਇਹਦਾ ਲੜਾਕਾ ਗੁਰੂ ਹੋ ਗਿਆ ਵੀ, ਇਹਦੇ 'ਚ ਦੇਖਿਓ ਕੋਈ ਸ਼ਕਤੀ ਹੈਗੀ ਆ, ਜਾ ਕੇ ਦੇਖੀਏ ਤਾਂ ਸਹੀ। ਚਲੇ ਗਏ। ਮਹਾਰਾਜ ਸਾਹਿਬ ਕਹਿੰਦੇ ਭਾਈ ਸੰਤ ਜਨੋ ਬਈ ਬਾਅਦ ਦੇ ਵਿੱਚ ਬਚਨ ਬਲਾਸ ਕਰਾਂਗੇ, ਪਹਿਲਾਂ ਲੰਗਰ 'ਚ ਹਾਜ਼ਰੀ ਲਾ ਲਓ, ਵੀ ਗੁਰੂ ਘਰ ਦੀ ਮਰਿਆਦਾ ਹੈ ਤੇ ਪਹਿਲਾਂ ਲੰਗਰ ਛਕੋ। ਪਹਿਲੇ ਪੰਗਤ ਪਾਛੇ ਸੰਗਤ, ਪਹਿਲਾਂ ਉਧਰ ਛਕ ਲਓ ਜਿੰਨੀ ਕੁ ਲੋੜ ਹੈ। ਕਹਿੰਦੇ ਜੀ रोटी तो नहीं खाएंगे हम, की खाएंगे? कहते जी दूध पियेंगे, जग में बगते दूधा धारी। कहते कोई नहीं, दूध भी बथेरे थे लंगर च, छको। वो बहाना से एक तो महाराज साहब ने कहा जाओ भाई संतां दी जमात आई है तो दुध छका दो इन्हों, दुध जिन्ना चाहते आए छका दो, कोई बात नहीं, गुरु नानक का कर। दुध मंगया दुध ही मिलेगा, इत्थे जिहड़ा पुत मंगदा पुत मिलता है, वड्याई मंगते वड्याई मिलती है, माया मंगदा माया मिलती है। ਜਿਹੜਾ ਕੋਈ ਇੱਥੇ ਆ ਕੇ ਲੜਾਈ ਮੰਗਦਾ ਅਸੀਂ ਲੜਾਈ ਵੀ ਦੇ ਦਿੰਦੇ ਹਾਂ ਉਹਨੂੰ, ਵੀ ਆ ਜਾ ਭਾਈ ਤਿਆਰ ਹੈ। ਜੈਸੀ ਭੂਖ ਤੈਸੀ ਕਪੂਰ। ਇਹ ਤਾਂ ਸ਼ੀਸ਼ੇ ਦੀ ਨਿਆਈ ਹੈ, ਕੋਈ ਮੂੰਹ ਕਾਲਾ ਕਰਕੇ ਸ਼ੀਸ਼ੇ ਅੱਗੇ ਚਲਿਆ ਜਾਵੇ, ਸ਼ੀਸ਼ੇ ਦਾ ਕਸੂਰ ਥੋੜ੍ਹੀ ਹੈ, ਉਹਦਾ ਮੂੰਹ ਕਾਲਾ ਦਿਸੂਗਾ। ਜਿਹੜਾ ਗੁਰੂ ਨੂੰ ਬੈਰੀ ਸਮਝ ਕੇ ਆਇਆ ਮਹਾਰਾਜ ਉਹਦੀ ਭਾਵਨਾ ਵੀ ਪੂਰੀ ਕਰ ਦਿੰਦੇ ਨੇ, ਉਹੀ ਰੂਪ ਬਣ ਕੇ ਦਿਖਾ ਦਿੰਦੇ ਨੇ। ਜਿਹੜਾ ਪਰਮੇਸ਼ਰ ਨੂੰ ਸਮਝ ਕੇ ਆਇਆ ਉਹਨੂੰ ਮੁਕਤੀ ਦੇ ਦਿੰਦੇ ਆ। ਤੇ ਲਾਂਗਰੀ ਵਿਚਾਰਾ ਵਰਤਾਉਣ ਲੱਗਾ ਤੇ ਉਹ ਸੰਨਿਆਸੀ ਕਹਿੰਦਾ ਜੀ ਚਿੱਪੀ ਵਿੱਚ ਪਾ ਦਿਓ ਵੀ ਅਸੀਂ ਤਾਂ ਕੌਲੀ ਗਲਾਸ ਬਾਟੀ ਕੁਛ ਨਹੀਂ ਲੈਣੀ। ਉਹ ਕਹਿੰਦੇ ਸਰਵਲੋਹ ਦੇ ਬਾਟੇ, ਕਹਿੰਦੇ ਨਹੀਂ 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 ਹਮ ਤਾਂ ਚਿੱਪੀ ਮੇ ਪੀਆਂਗੇ, ਚਿੱਪੀ 'ਚ ਪਾ ਦਿਓ। ਉਹ ਵਿਚਾਰਾ ਪਾਈ ਗਿਆ, ਚਿੱਪੀ ਦੇ ਵਿੱਚ ਉਹ ਭਰਨ 'ਚ ਹੀ ਨਾ ਆਵੇ ਚਿੱਪੀ। ਭਾਈ ਸਾਹਿਬ ਜਿਹੜਾ ਲੈ ਕੇ ਆਇਆ ਸੀ ਜੱਗ ਜਾਂ ਜਿਹੜਾ ਬਰਤਨ ਸੀ ਉਹ ਸਾਰਾ ਖਾਲੀ ਹੋ ਗਿਆ, ਇੱਕ ਚਿੱਪੀ ਨਾ ਭਰੀ। ਮੈਂ ਕਿਹਾ ਸੈਂਕੜੇ ਚਿੱਪੀਆਂ ਨੂੰ ਕੌਣ ਭਰੂਗਾ? ਉਹ ਨੱਠ ਕੇ ਜਾ ਕੇ ਭਾਈ ਦਇਆ ਸਿੰਘ ਕਹਿੰਦਾ ਭਾਈ ਸਾਹਿਬ ਜੀ ਵੀ ਇਹ ਕੰਮ ਤਾਂ ਖਰਾਬ ਹੋ ਗਿਆ, ਗੁਰੂ ਸਾਹਿਬ ਨੂੰ ਕਹੋ ਇਹ ਤਾਂ ਇਮਤਿਹਾਨ ਲੈਣ ਵਾਸਤੇ ਆਇਆ, ਇਹ ਇਹਨਾਂ ਦੀ ਇੱਕ ਦੀ ਚਿੱਪੀ ਨਹੀਂ ਭਰਨੀ, ਦੁੱਧ ਮੁੱਕ ਜੂ। ਭਾਈ ਸਾਹਿਬ ਕਹਿੰਦੇ ਗੱਲ ਸੁਣ, ਇਹ ਛੋਟੀ ਛੋਟੀ ਗੱਲ ਵਾਸਤੇ ਨਾ ਐਵੇਂ ਮਹਾਰਾਜ ਨੂੰ ਤੰਗ ਨਹੀਂ ਕਰੀਦਾ ਹੁੰਦਾ ਹੈ, ਫੇਰ ਕੀ ਕਰੀਏ? ਕਹਿੰਦੇ ਲਿਆ ਮੈਨੂੰ ਫੜਾ, ਆ ਚੱਲ ਮੈਂ ਚੱਲਦਾ ਤੇਰੇ ਨਾਲ। ਭਾਈ ਦਇਆ ਸਿੰਘ ਜੀ ਕਰਕੇ ਕਲਗੀ ਵਾਲੇ ਸਤਿਗੁਰੂ ਨੂੰ ਯਾਦ ਤੇ ਕਹਿਣ ਲੱਗੇ ਸਤਿਗੁਰੂ ਤੁਸੀਂ ਕਿਹਾ ਰਿੱਧ ਸਿੱਧ ਨਾਵੇਂ ਕੀ ਦਾਸੀ, ਤੇ ਇਹ ਵੀ ਨਾਲ ਕਿਹਾ ਵੀ ਰਿੱਧ ਸਿੱਧ ਆਵਰਾ ਸਾਧ, ਮੈਂ ਕੋਈ ਇਹਦਾ ਹੋਰ ਆਨੰਦ ਲੈਣ ਵਾਸਤੇ ਨਹੀਂ, ਪਰ ਤੇਰੇ ਘਰ ਵਾਸਤੇ, ਤੇਰੀ ਘਰ ਦੀ ਸ਼ੋਭਾ ਵਾਸਤੇ ਮੇਰੀ ਮਜਬੂਰੀ ਹੈ। ਮੈਂ ਜਾਣਦਾ ਤੂੰ ਨਾਰਾਜ਼ ਹੋ ਜਾਣਾ, ਨਾਟਕ ਚੇਟ ਕੀ ਇਹ ਕੁਕਾਜ ਹੈ, ਪਰ ਜਿਹੜਾ ਹਉਮੈ ਨੂੰ ਰੱਖ ਕੇ ਦਿਖਾਵੇ। ਭਾਈ ਸਾਹਿਬ ਨੇ ਮੂਲ ਮੰਤਰ ਦਾ ਪਾਠ ਕਰਕੇ ਤੇ ਛੋਟਾ ਜਿਹਾ ਬਰਤਨ ਲੈ ਕੇ ਆਏ, ਐਵੇਂ ਗੜਬੀਏ ਨਹੀਂ, ਗੜਬਾ ਛੋਟਾ ਜਿਹਾ ਸਰਵਲੋਹ ਦਾ, ਉਹ ਬਾਲਟੀ ਪੈ ਗਈ, ਉਹ ਚਿੱਪੀ ਚਾਹੀ ਨਿਕਲਿਆ। ਉਹ ਸੰਨਿਆਸੀ ਦੇਖ ਕੇ ਹੱਸਦਾ ਵੀ ਗੜਬੀ ਲੈ ਕੇ ਆਇਆ ਦੇ ਕੇ ਸਿੱਖ, ਵੀ ਪਹਿਲਾਂ ਬਾਲਟਾ ਪੈ ਗਿਆ ਤੇ ਭਾਈ ਸਾਹਿਬ ਨੇ ਅਜੇ 4 ਬੂੰਦਾਂ ਪਾਈਆਂ ਤੇ ਉਹ ਚਿੱਪੀ ਭਰ ਕੇ ਉਛਣ ਲੱਗ ਗਈ। ਕਹਿੰਦੇ ਸੰਤ ਜੀ ਦੁੱਧ ਡੋਲ ਨਾ। ਸਾਰੀ ਜਮਾਤ ਉੱਠ ਕੇ ਖੜੀ ਹੋ ਗਈ, ਹੱਥ ਬੰਨ ਰਹੇ। ਭਾਈ ਸਾਹਿਬ ਕਹਿੰਦੇ ਸੰਤ ਜੀ ਹੱਥ ਕਿਉਂ ਬੰਨ੍ਹਦੇ ਹੋ? ਕਹਿੰਦੇ ਬਸ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੇਵਾ ਕਰਨ ਵਾਲੇ ਸੇਵਾਦਾਰਾਂ ਵਿੱਚ ਇੰਨੀਆਂ ਬਰਕਤਾਂ ਨੇ, ਤੇ ਗੁਰੂ ਤਾਂ ਸਮੁੰਦਰ ਹੈ, ਬਸ ਤੁਹਾਨੂੰ ਮੱਥਾ ਟੇਕਿਆ ਤੇ ਤੁਹਾਡੇ ਗੁਰੂ ਨੂੰ ਟੇਕਿਆ। ਇਹਨੂੰ ਸਾਧ ਸੰਜੀ ਕਹਿੰਦੇ ਆ ਰਿੱਧੀ, ਥੋੜੀ ਚੀਜ਼ ਨੂੰ ਵੱਡਿਆਂ ਥਾਂ ਤੇ ਵਰਤਾ ਦੇਣਾ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਘਰ ਦੇ ਅੰਦਰ ਤੇਰੇ ਚਰਨ ਪੈਣ ਦੇ ਨਾਲ 9 ਨਿਧੀਆਂ 18 ਸਿੱਧੀਆਂ ਨਿਧੀਆਂ ਦੀਨੀਆਂ ਤੁਸੀਂ ਇਹ ਵੀ ਦੇ ਦਿੱਤੀਆਂ ਆ ਕੇ।
ਇਹ ਕਿਰਪਾ ਕਰਤੀ ਇਸ ਜਗ੍ਹਾ ਦੇ ਵਿੱਚ ਸਭ ਕੁਝ ਇਹ ਕਰਤੇ ਵਾਹਿਗੁਰੂ ਨੇ ਦੇ ਦਿੱਤੀਆਂ ਹਨ। ਟੋਟ ਨ ਆਵੈ ਕਾਈ RAM। ਸੰਪਰਦਾਈ ਵਿਚਾਰਧਾਰਾ ਅਨੁਸਾਰ ਇਹਦੇ ਅਰਥ ਕਰਨ ਲੱਗਿਆਂ ਰਾਮ ਸ਼ਬਦ ਸਾਰਿਆਂ ਤੋਂ ਪਿੱਛੇ ਹੈ ਤੁਕ ਦੇ ਵਿੱਚ, ਇਹਨੂੰ ਮੂਹਰੇ ਲੈ ਆਉਣਾ ਤੇ ਕਰਤੇ ਦੇ ਨਾਲ ਜੋੜ ਕੇ ਕਰਤੇ ਰਾਮ ਪਰਮੇਸ਼ਰ ਨੇ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਦੇਤੀਆਂ, ਕਦੇ ਵੀ ਤੋਟ ਨਹੀਂ ਆਵੇਗੀ। ਇਸ ਅਸਥਾਨ ਦੇ ਉੱਤੇ ਰਿੱਧੀਆਂ ਸਿੱਧੀਆਂ ਬਰਕਤਾਂ ਬਣੀਆਂ ਹੀ ਰਹਿਣਗੀਆਂ ਹਰ ਵੇਲੇ। ਇਹ ਕਰਤੇ ਪੁਰਖ ਨੇ ਆਪ ਆ ਕੇ ਬਚਨ ਕਰ ਦਿੱਤੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਅੰਕਿਤ ਕਰ ਦਿੱਤੇ। ਕੁਝ ਵਚਨ ਐਸੇ ਗੋਝ ਭਰੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ। ਇਹ ਇੱਕ ਜਗ੍ਹਾ ਸਤਿਗੁਰਾਂ ਨੇ ਕਿਹਾ, ਸਤਿਗੁਰ ਅਸਥਿਰ ਕਰ ਦੀਨੇ ਘਰ ਵਾਰ। ਘਰ ਹਰਿਮੰਦਰ ਸਾਹਿਬ, ਬਾਹਰ ਡਿਊਟੀ ਸਾਹਿਬ ਅਸਥਿਰ ਕਰ ਦਿੱਤੇ। ਕਰਤੇ ਪੁਰਖ ਨੇ ਕੀਤੇ, ਉਹਨਾਂ ਨੇ ਆਪ ਆ ਕੇ ਸਰੋਵਰ ਦੀ ਸੇਵਾ ਕੀਤੀ। ਸੇ ਕਹਿਣ ਲੱਗੇ, ਸੱਚੇ ਪਾਤਸ਼ਾਹ ਇੱਕ ਬੇਨਤੀ ਹੈ, ਦੱਸੋ। ਕਹਿੰਦੇ, ਜੇ ਭਲਾ ਆਉਣ ਵਾਲੇ ਸਮੇਂ ਵਿੱਚ ਕੋਈ ਦੁਸ਼ਮਣ ਸਿੱਖ ਧਰਮ ਦਾ ਆ ਕੇ ਡਿਊਟੀ ਸਾਹਿਬ ਨੂੰ ਢਾਹ ਦੇਵੇ, ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਦੇਵੇ, ਤੇ ਲੋਕੀ ਕਹਿਣਗੇ ਨੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਇਹ ਸ਼ਬਦ ਉਚਾਰਨ ਕਿਹਾ ਸੀ, ਕਿੱਥੇ ਗਿਆ ਤੁਹਾਡੇ ਗੁਰੂ ਦਾ ਵਚਨ? ਅਸਥਿਰਤਾ ਕਿੱਥੇ ਗਈ? ਸਿੱਖ ਵੀ ਬ੍ਰਹਮ ਗਿਆਨੀ ਸੀ, ਬਚਨ ਕਰਨ ਵਾਲਾ, ਉਹਨੂੰ ਪਤਾ ਸੀ ਤੋਪਾਂ ਦੇ ਗੋਲੇ ਚੱਲਣੇ ਨੇ ਕਈ ਵਾਰ, ਇੱਥੇ ਪਤਾ ਸੀ। ਹੁਣ ਦੇਖੋ ਫਿਰ ਅਗਲਾ ਅਮੋਘ ਬਾਣ, ਰਾਮਚੰਦਰ ਦੇ ਬਾਣ ਅਮੋਘ ਮੰਨਿਆ ਵੀ ਜਿੱਥੇ ਲੱਗਦੇ ਸੀ ਤੇ ਉਹ ਸਫਲੇ ਹੁੰਦੇ ਸੀ, ਕਦੇ ਵਿਅਰਥ ਨਹੀਂ ਸੀ ਜਾਂਦੇ। ਗੁਰੂ ਅਰਜਨ ਦੇਵ ਜੀ ਦੇ ਅਮੋਘ ਬਾਣ ਚੱਲ ਗਏ। ਕਹਿੰਦੇ, ਸਿੱਖੋ ਇਹ ਗੱਲ ਨਾਲ ਮੈਂ ਸਹਿਮਤ ਹਾਂ, ਕੋਈ ਦੁਸ਼ਮਣ ਇਮਾਰਤਾਂ ਢਾਹ ਸਕਦਾ ਹੈ, ਹਰਿਮੰਦਰ ਸਾਹਿਬ ਦੀ ਵੀ, ਡਿਊਟੀ ਸਾਹਿਬ ਦੀ ਵੀ। ਇਹ ਤਾਂ ਸਿੱਖ ਫੇਰ ਵੀ ਬਣਾ ਲੈਣਗੇ, ਪਰ ਗੱਲ ਸੁਣ ਲਓ ਇੱਕ, ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ, ਤਿਸ ਆਗੇ ਹੀ ਮਾਰੇ ਕਰਤਾਰ। ਜਿਹੜਾ ਬੇਅਦਬੀ ਕਰੇਗਾ ਉਹਦੇ ਤੇ ਕਰਤਾਰ ਦੀ ਮਾਰ ਪਿਆ ਕਰੇਗੀ। ਲੈ ਕੇ ਉਸ ਵੇਲੇ ਤੋਂ ਜ਼ਾਲਮਾਂ ਤੋਂ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਤੱਕ ਦੇਖੋ ਇਤਿਹਾਸ ਬੋਲ ਕੇ, ਕਿ ਆ ਕਰਤਾਰ ਦੀ ਮਾਰ ਪਈ ਹੈ ਜਾਂ ਨਹੀਂ ਪਈ। ਕਰਤੇ ਦੀ ਮਾਰ ਪਏਗੀ। ਇਹ ਕਰਤੇ ਪੁਰਖ ਦਾ ਹੈ ਅਸਥਾਨ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੇ ਪਰਮੇਸ਼ਰ ਤੂੰ ਐਸੀਆਂ ਬਰਕਤਾਂ ਬਖਸ਼ੀਆਂ, ਚਲੰਤ ਕਰਦੇ ਵੇ ਟਾਈਮ ਜਾਦਰ। ਹਾਤ ਖਚਤ ਬਿਲਸਤ ਸੁਖ ਪਾਇਆ। ਤੇ ਖਾਂਦਿਆਂ ਹੋਇਆਂ ਭਾਵ ਇੱਥੋਂ ਦੇ ਪਦਾਰਥ ਛਕਣ ਵਾਲੇ, ਇੱਥੋਂ ਦੇ ਪਦਾਰਥ ਆਪ ਛਕਣਾ, ਖਾਤ ਖਰਚਤ ਗੁਰਸਿੱਖਾਂ ਨੂੰ ਛਕਾਉਂਦਿਆਂ, ਬਿਲਸ਼ਤ, ਬਿਲਸ਼ਤ ਦਾ ਅਰਥ ਹੈ ਆਨੰਦ ਮਾਣਦਿਆਂ, ਭੋਗਦਿਆਂ, ਤੇ ਸੁਖ ਪਾਇਆ। ਸੁਖ ਪ੍ਰਾਪਤ ਹੋਣਗੇ, ਕਦੇ ਘਾਟਾ ਨਹੀਂ ਪਏਗਾ। ਕਰਤੇ ਕੀ ਦਾਤ ਸਵਾਈ ਰਾਮ। ਉਸ ਰਾਮ ਪਰਮੇਸ਼ਰ ਦੀ ਦਾਤ ਵੱਡੀ ਤੋਂ ਵੱਡੀ ਹੈ। ਦਾਤ ਸਵਾਈ ਨਿਖੁੱਟ ਨਾ ਜਾਈ। ਇਹ ਦਾਤ ਇੰਨੀ ਜ਼ਿਆਦੇ ਸਵਾਈ ਕੀ ਬਹੁਤੀ ਤੋਂ ਬਹੁਤੀ ਹੈ, ਕਦੇ ਨਿਖੁੱਟ ਕਹੀਏ ਮੁੱਕੇਗੀ ਨਹੀਂ। ਇਹ ਬਰਕਤਾਂ ਨਹੀਂ ਮੁੱਕਣਗੀਆਂ। ਅੰਤਰਜਾਮੀ ਪਾਇਆ। ਇਹ ਅੰਤਰਜਾਮੀ ਪਰਮੇਸ਼ਰ ਵਾਹਿਗੁਰੂ, ਉਸ ਵਾਹਿਗੁਰੂ ਦੀ ਕਿਰਪਾ ਦੁਆਰਾ ਇਹ ਗਿਆਨ ਪ੍ਰਾਪਤ ਕੀਤਾ ਹੈ। ਕੋਟ ਬਿਗਨ ਸਗਲੇ ਉਠ ਨਾਠੇ। ਇਹ ਕਰੋੜਾਂ ਵਿਘਨ ਗੁਰਸਿੱਖਾਂ ਦੇ ਉੱਠ ਕੇ ਨੱਠ ਜਾਣਗੇ, ਜਿਹੜਾ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇਗਾ, ਸੇਵਾ ਕਰੇਗਾ ਤੇ ਅਦਬ ਰੱਖੇਗਾ। ਦੁੱਖ ਨਾ ਨੇੜੇ ਆਇਆ। ਉਹਨਾਂ ਦੇ ਨੇੜੇ ਦੁੱਖ ਨਹੀਂ ਆਏਗਾ। ਸਾਸ ਜੀ ਗਿਣਤੀ ਨਹੀਂ, ਗਿਣਤੀ ਨਹੀਂ ਕੀਤੀ ਜਾ ਸਕਦੀ। ਸਿੰਘ ਸਾਹਿਬਾਂ ਨੇ, ਇੱਕ ਇੱਕ ਸਿੰਘ ਸਾਹਿਬਾਨਾਂ ਦੇ ਵੇਲੇ ਕਿੰਨੇ ਕਿੰਨੇ ਚਮਤਕਾਰ ਹੋ ਚੁੱਕੇ ਹੈ। ਉਹ ਇੱਕ ਲੰਮਾ ਇਤਿਹਾਸ ਹੈ ਵੱਡਾ। ਸ਼ਾਂਤ ਸਹਿਜ ਆਨੰਦ ਕਨੇਰੇ। ਤੇ ਸ਼ਾਂਤ ਸਹਿਜ ਗਿਆਨ ਦੇ ਸਹਿਤ, ਸੁਤੇ ਸਿਧ ਸ਼ਾਂਤੀ ਤੇ ਆਤਮਿਕ ਆਨੰਦ ਘਨੇਰੇ ਕੀ ਬਹੁਤਾ ਹੀ ਪ੍ਰਾਪਤ ਹੁੰਦਾ ਹੈ। ਬਿਨਸੀ ਭੂਖ ਸਵਾਈ। ਤੇ ਜਿਹੜੀ ਭੁੱਖ ਲੱਗੀ ਸੀ ਦਰਸ਼ਨਾਂ ਦੀ, ਦਰਸ ਤੇਰੇ ਕੀ ਪਿਆਸ ਮਨ ਲੱਗੀ, ਤੇ ਉਹ ਵੀ ਭੁੱਖ ਪੂਰੀ ਹੋ ਗਈ। ਪਰਮਾਤਮਾ ਸਾਹਮਣੇ ਦਰਸ਼ਨ ਦੇ ਦਿੱਤੇ ਆ ਕੇ। ਨਾਨਕ ਗੁਣ ਗਾਵੇ ਹੈ ਸੁਆਮੀ ਕੇ। ਮੈਂ ਆਪਣੇ ਰੱਬ ਜੀ ਦੇ ਗੁਣ ਗਾ ਰਿਹਾ। ਗੁਰੂ ਸਾਹਿਬ ਕਹਿੰਦੇ, ਮੈਂ ਕਿਸੇ ਮਨੁੱਖ ਦੇ ਗੁਣ ਨਹੀਂ ਗਾਉਂਦਾ, ਮੈਂ ਪਰਮਾਤਮਾ ਦੇ ਗੁਣ ਗਾ ਰਿਹਾ ਪ੍ਰਤੱਖ ਦੇਖ ਕੇ। ਅਚਰਜ ਜਿਸ ਵਡਿਆਈ ਰਾਮ। ਜਿਸ ਰਾਮ ਰਵੇਂ ਹੋਏ ਪਰਮਾਤਮਾ ਦੀ ਵਡਿਆਈ ਸੋਭਾ ਜਿਹੜੀ ਅਚਰਜ ਹੀ ਹੈ। ਜਿਸ ਕਾ ਕਾਰਜ ਤਿਨਹੀ ਕੀਆ। ਮਹਾਰਾਜ ਕਹਿੰਦੇ, ਕੰਮ ਤੇਰਾ ਹੀ ਸੀ ਪਰਮਾਤਮਾ, ਮੇਰਾ ਤਾਂ ਹੈ ਨਹੀਂ, ਮੇਰਾ ਮੁਝ ਮੇ ਕੁਛ ਨਹੀਂ। ਇਹ ਤੇਰਾ ਹੀ ਕੰਮ ਸੀ, ਤੂੰ ਆਪ ਹੀ ਕੀਤਾ ਹੈ। ਮਾਨਸ ਕਿਆ ਵਿਚਾਰਾ ਰਾਮ। ਇਹ ਮਨੁੱਖ ਵਿਚਾਰੇ ਕੀ ਹਨ ਮੇਰੇ ਪਰਮਾਤਮਾ ਜੀ। ਭਗਤ ਸੋ ਨਰ ਕੇ ਗੁਣ ਗਾਵੇ ਹੈ। ਤੇਰੇ ਭਗਤ ਜਿਹੜੇ ਨੇ ਤੇਰੇ ਦੁਆਰੇ ਤੇ ਗੁਣ ਗਾਉਂਦੇ ਹੀ ਸੋਭਾ ਪਾਉਂਦੇ
ਕਰਦੇ ਹਨ। ਸਦਾ ਕਰਹਿ ਜੈਕਾਰਾ ਰਾਮ। ਸਦਾ ਹੀ ਤੇਰਾ ਜੈ ਜੈਕਾਰ ਕਰਦੇ ਰਹਿਣ। ਗੁਣ ਗਾਏ ਗੋਬਿੰਦ ਅਨੰਦ ਉਪਜੇ। ਤੇ ਗੋਬਿੰਦ ਦੇ ਗੁਣ ਗਾਉਂਦਿਆਂ ਹੋਏ, ਗੋ ਬੇਦਾਂ ਕਰਕੇ ਬਿੰਦ ਜਾਣਨ ਜੋਗ ਉਹਦਾ ਜਸ ਕਰਦਿਆਂ ਆਨੰਦ ਪੈਦਾ ਹੁੰਦਾ ਹੈ। ਸਾਧ ਸੰਗਤ ਸੰਗ ਬਣੀ। ਸਾਧ ਸੰਗਤ ਦੇ ਵਿੱਚ ਬੈਠ ਕੇ ਇਹ ਆਨੰਦ ਦੀ ਸਾਧ ਸੰਗੀ ਬਣਤਰ ਤਾਂ ਬਣਦੀ ਹੈ, ਸੰਗਤ ਵਿੱਚ ਬਹਿ ਕੇ ਆਨੰਦ ਨੂੰ ਮਾਣਿਆ ਜਾਵੇ। ਜਿਨ ਉਦਮ ਕੀਆ ਤਾਲ ਕੇਰਾ। ਜਿਨ੍ਹਾਂ ਨੇ ਇਸ ਤਾਲ ਦੇ ਲਈ ਉਦਮ ਕੀਤਾ, ਜਿਨ ਉਦਮ ਕੀਆ ਤਾਲ ਕੇਰਾ, ਸਾਰੀ ਪੰਕਤੀ ਪੜ੍ਹਨੀ ਇਸ ਪਏਗੀ। ਕੀ ਉਪਮਾ ਕਿਆ ਗਨੀ। ਮੈਂ ਉਹਦੀ ਉਪਮਾ ਜਸ ਕੀ ਕਰਾਂ ਜਿਹਨੇ ਉਦਮ ਕੀਤਾ ਤਾਲ ਵਾਸਤੇ। ਹੇ ਗੁਰਸਿੱਖੋ, ਜਿਹੜੇ ਤੁਸੀਂ ਦੂਰ ਦਰਾਡੇ ਤੋਂ ਆਏ ਹੋ ਉਦਮ ਕਰਕੇ ਤਾਲ ਦੀ ਸੇਵਾ ਵਿੱਚ, ਤੁਹਾਡੀ ਵੀ ਕਾਹਦੀ ਉਪਮਾ ਕਰਾਂ। ਤੁਹਾਡੇ ਅੰਦਰ ਵੀ ਗੁਰੂ ਵਸਦਾ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ। ਦੂਸਰੀ ਤੇ ਉਹਦੀ ਉਪਮਾ ਮੈਂ ਕੀ ਕਰਾਂ ਜਿਹਨੇ ਉਦਮ ਕੀਤਾ ਤਾਲ ਵਾਸਤੇ। ਕੌਣ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜੀ, ਜਿਨ੍ਹਾਂ ਨੇ ਭਾਈ ਲਹਿਣੇ ਨੇ ਜਦੋਂ ਵੀ ਚੇਤੇ ਕਰਨਾ, ਉਧਰੋਂ ਗੁਰੂ ਸਾਹਿਬ ਨੇ ਤੁਰਨਾ ਤੇ ਇਧਰੋਂ ਭਾਈ ਲਹਿਣੇ ਨੇ ਤੁਰਨਾ। ਇਸ ਥਾਂ ਤੇ ਸਾਸੀ ਬੇਰੀਆਂ ਦੀ ਸੰਘਣੀ ਛਾਂ ਤੇ ਇੱਥੇ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਿਰਾਜਮਾਨ ਹੋ ਜਾਣਾ, ਬੈਠਣਾ ਤੇ ਗੁਰੂ ਅੰਗਦ ਸਾਹਿਬ ਨੂੰ ਦਰਸ਼ਨ ਦੇ ਕੇ ਵਾਪਸ ਮੁੜ ਜਾਣਾ ਕਰਤਾਰਪੁਰ। ਤੇ ਉਧਰ ਭਾਈ ਲਹਿਣਾ ਜੀ ਨੇ ਵਾਪਸ ਖਡੂਰ ਸਾਹਿਬ ਨੂੰ ਚਲੇ ਜਾਣਾ। ਤੇ ਇੱਕ ਦਿਨ ਸਤਿਗੁਰਾਂ ਨੇ ਬਚਨ ਕੀਤਾ ਸੀ, ਕਹਿੰਦੇ ਪੁਰਖਾ ਇਹ ਜਗ੍ਹਾ ਦਾ ਧਿਆਨ ਰੱਖੀ ਤੇ ਇਹ ਜਗ੍ਹਾ ਬਹੁਤ ਬਰਕਤ ਵਾਲੀ ਹੈ। ਇਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਹੈ। ਔਰ ਇਸੇ ਥਾਂ ਤੇ ਇੱਕ ਸਮਾਂ ਆਇਆ ਸੀ, ਗੁਰੂ ਸਾਹਿਬ ਜੀ ਨੇ ਰਬਾਬ ਵਜਾ ਕੇ ਕੀਰਤਨ ਕੀਤਾ। ਭਾਈ ਮਰਦਾਨੇ ਨੇ ਰਬਾਬ ਵਜਾਈ, ਭਾਈ ਬਾਲਾ ਜੀ ਬੈਠੇ ਹੈ, ਗੁਰੂ ਨਾਨਕ ਸਾਹਿਬ ਬੈਠੇ ਨੇ। ਸਮਾਧੀਆਂ ਲੱਗ ਗਈਆਂ ਤੇ ਗੁਰੂ ਸਾਹਿਬ ਜੀ ਨੇ ਆਪਣਾ ਸਰੀਰ ਲੋਪ ਕਰ ਲਿਆ, ਦਿਸਣ ਤੋਂ ਹਟ ਗਿਆ। ਇਹ ਸਿੱਧੀ ਹੈ। ਬਹੁਤ ਸਾਰੇ ਸਾਧੂ ਅੱਜ ਵੀ ਭਾਰਤ ਵਿੱਚ ਐਸੇ ਹੋਣਗੇ ਜਿਹੜੇ ਆਪਣਾ ਸਰੀਰ ਲੋਪ ਕਰ ਸਕਦੇ। ਤੇ ਭਾਈ ਬਾਲਾ ਹੈਰਾਨ ਹੋ ਗਿਆ ਤੇ ਮਰਦਾਨਾ ਹੈਰਾਨ ਹੋ ਗਿਆ ਵੀ ਗੁਰੂ ਸਾਹਿਬ ਜੀ ਗਏ ਕਿਧਰ। ਅਚਰਜ ਖੇਡ ਵਰਤਾਈ, ਦੇਖਿਆ ਇਹ ਤਾਲ ਸੁੱਕਾ ਪਿਆ ਸੀ, ਛੱਪੜ ਦੇ ਵੀ ਕੁਝ ਨਹੀਂ ਸੀ ਤੇ ਕੀ ਹੈ, ਦੇਖਿਆ ਅੰਮ੍ਰਿਤ। ਭਾਈ ਬਾਲੇ ਨੇ ਅਰਦਾਸ ਕੀਤੀ, ਸਾਈਆਂ ਸਾਡੇ ਖੇਡ ਸਮਝ ਨਹੀਂ ਆਈ, ਸੁੱਕੇ ਤਾਲ ਵਿੱਚ ਅੰਮ੍ਰਿਤ ਦਾ ਆਉਣਾ ਔਰ ਤੁਹਾਡਾ ਲੋਪ ਹੋ ਜਾਣਾ। ਗੁਰੂ ਸਾਹਿਬ ਜੀ ਪ੍ਰਗਟ ਹੋਏ ਭਾਈ ਬਾਲੇ ਦੀ ਅਰਦਾਸ ਕਰਨ ਤੋਂ। ਹੁਣ ਜਿਹੜੇ ਭਾਈ ਬਾਲੇ ਨੂੰ ਇਹ ਨਹੀਂ ਮੰਨਦੇ, ਅਰਦਾਸ ਤਾਂ ਕਿੱਥੇ ਮੰਨ ਲੈਣਗੇ ਵੀ ਅਰਦਾਸ ਕੀਤੀ ਹੋਣੀ ਹੈ, ਉਹ ਤਾਂ ਕੰਮ ਹੀ ਨਿਬੇੜਤਾ ਨਾ। ਅਜੇ ਮਰਦਾਨਾ ਅੜਿੱਕੇ ਨਹੀਂ ਆਇਆ, ਗਲ ਮਰਦਾਨੇ ਦਾ ਵੀ ਘੁੱਟਣਗੇ ਇਹ ਹਾਲੇ ਬਾਲਾ ਹੀ ਅੜਿੱਕੇ ਆਇਆ ਇਹਨਾਂ ਦੇ। ਖੈਰ ਗੁਰੂ ਕਿਰਪਾ ਕਰੇ, ਜਿਹਦੇ ਸਬੂਤ ਨ ਉਹ ਅਸਥਾਨ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅਰਦਾਸ ਸੁਣੀ ਤੇ ਅਰਦਾਸ ਸੁਣ ਕੇ ਪ੍ਰਗਟ ਹੋਏ। ਭਾਈ ਬਾਲੇ ਨੂੰ ਬਚਨ ਦਿੱਤਾ ਹੋਇਆ ਸੀ ਤੇ ਉਧਰ ਅੰਮ੍ਰਿਤ ਜਿਹੜਾ ਸੀ ਉਹ ਲੋਪ ਕਰ ਲਿਆ। ਭਾਈ ਬਾਲਾ ਕਹਿੰਦਾ ਮਹਾਰਾਜ ਇਹ ਅੰਮ੍ਰਿਤ ਪ੍ਰਗਟ ਹੀ ਰਹਿਣ ਦਿੰਦੇ, ਲੋਕਾਂ ਦਾ ਬੜਾ ਭਲਾ ਹੋਣਾ ਸੀ ਇਹਦੇ ਨਾਲ। ਕਹਿੰਦੇ ਪ੍ਰਗਟ ਕਰਾਂਗੇ ਪਰ ਅਜੇ ਸਮਾਂ ਨਹੀਂ ਆਇਆ। ਮਹਾਰਾਜ ਸਮਾਂ ਕਦੋਂ ਆਊ? ਕਹਿੰਦੇ ਚੌਥੇ ਜਾਮੇ 'ਚ ਪ੍ਰਗਟ ਕਰਾਂਗੇ। ਜਿਨ ਉਦਮ ਕੀਆ ਤਾਲ ਕੇਰਾ, ਉਦਮ ਤਾਂ ਗੁਰੂ ਨਾਨਕ ਨੇ ਕੀਤਾ ਅੰਮ੍ਰਿਤ ਸਰੋਵਰ ਦਾ ਬਈ। ਤੇ ਇਸ ਕੀ ਉਪਮਾ ਕਿਆ ਗਣੀ? ਗੁਰੂ ਅਰਜਨ ਦੇਵ ਜੀ ਕਹਿੰਦੇ ਕੀ ਉਪਮਾ ਕਰਾਂ ਉਸ ਗੁਰੂ ਨਾਨਕ ਸਾਹਿਬ ਦੀ। ਫਿਰ ਇਸ ਤਾਲ ਦਾ ਉਦਮ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ। ਉਹਨਾਂ ਨੇ ਮੇਰੇ ਪਿਤਾ ਗੁਰੂ ਰਾਮਦਾਸ ਨੂੰ ਇੱਥੇ ਭੇਜਿਆ, ਉਹਨਾਂ ਆ ਕੇ ਖੁਦਵਾਈ ਦਾ ਕੰਮ ਸ਼ੁਰੂ ਕੀਤਾ। ਮੈਂ ਗੁਰੂ ਅਮਰਦਾਸ ਦੀ ਉਪਮਾ ਕੀ ਕਰਾਂ? ਜਿਨ੍ਹਾਂ ਨੇ ਆ ਕੇ ਖੁਦਵਾਈ ਦਾ ਉਦਮ ਕੀਤਾ ਉਹ ਗੁਰੂ ਰਾਮਦਾਸ ਦੀ ਉਪਮਾ ਵੀ ਮੈਂ ਕੀ ਕਰਾਂ? ਔਰ ਤੂੰ ਆਪ ਪਰਮੇਸ਼ਰ ਨਿਰੰਕਾਰ ਆ ਗਏ ਮਨੁੱਖੀ ਜਾਮੇ ਦੇ ਵਿੱਚ, ਹੁਣ ਤੇਰੀ ਉਪਮਾ ਕੀ ਕਰਾਂ? ਇਹ ਤੇਰੇ ਹੀ ਨਸਾਰੇ ਰੂਪ, ਭਾਵੇਂ ਗੁਰੂ ਸਰੂਪ ਹੋ ਕੇ ਆਏ ਹੈ, ਭਾਵੇਂ ਅੱਜ ਦੇਵਤਿਆਂ ਦੇ ਨਾਲ ਆ ਗਏ। ਜਿਨ ਉਦਮ ਕੀਆ ਤਾਲ ਕੇਰਾ, ਇਸ ਕੀ ਉਪਮਾ ਕਿਆ? ਤੁਹਾਡੀ ਕੀ ਉਪਮਾ ਕਰਾਂ ਜੀ? 68 ਤੀਰਥ ਪੁੰਨ ਕਰਿਆ ਮਹਾ ਨਿਰਮਲ ਚਾਰਾ। ਤੇ ਹੁਣ ਦੱਸਦੇ ਨੇ ਵੀ ਇਸ ਦਾ ਮਹਾਤਮ ਇੱਥੇ ਇਸ਼ਨਾਨ ਕਰਨ ਦਾ। ਕੋਈ 68 ਤੀਰਥਾਂ ਤੇ ਇਸ਼ਨਾਨ ਕਰਕੇ ਆਵੇ, ਕੋਈ ਲੱਖਾਂ ਯੱਗ ਪੁੰਨ ਕਰੇ, ਕਹਿੰਦੇ ਕੋਈ ਨਿਊਲੀ ਕਰਮ ਆਦਿ ਦੀ ਕਿਰਿਆ ਕਰੇ। ਕਹਿੰਦੇ ਜਿਹੜਾ ਇੱਕ ਵਾਰੀ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰੇਗਾ, 68 ਤੀਰਥਾਂ ਦਾ ਮਹਾਤਮ ਔਰ ਉਹਨੂੰ ਜਗ ਆਦਿ ਕਰਨ ਦਾ ਸਾਰਾ ਪੁੰਨ ਤੇ ਯੋਗ ਆਦਿ ਦੀ ਕਿਰਿਆ, ਕੁਛ ਕਰਨ ਦੀ ਲੋੜ ਨਹੀਂ। ਮਹਾ ਨਿਰਮਲ ਚਾਰਾ, ਸਭ ਤੋਂ ਸੁੰਦਰ ਚਾਰਾ ਇਹੀ ਹੈ। ਪਤਿਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਆਧਾਰਾ। ਪਤਿਤ ਨਾਮ ਪਾਪੀ ਦਾ ਹੈ, ਪਾਵਨ ਪਵਿੱਤਰ ਕਰਨ ਵਾਲਾ। ਹੇ ਸੁਆਮੀ ਤੁਹਾਡਾ ਬਿਰਧ ਹੈ
ਤੇ ਨਾਨਕ ਸ਼ਬਦ ਆਧਾਰਾ, ਮੈਨੂੰ ਤਾਂ ਤੇਰੇ ਸ਼ਬਦ ਦਾ ਆਸਰਾ ਹੈ ਜੀ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਤਤ ਕੌਣ ਕਰੀਜੈ ਰਾਮ। ਤੇ ਧੰਨ ਗੁਰੂ ਅਰਜਨ ਦੇਵ ਜੀ ਉਪਮਾ ਕਰਦੇ ਕਰਦੇ ਇੰਨੇ ਵੀ ਸਮਾਧੀ ਰੰਗ ਵਿੱਚ ਆ ਗਏ, ਕਹਿੰਦੇ ਮੇਰੇ ਕਰਤੇ ਪੁਰਖ ਤੇਰੀ ਉਪਮਾ ਕੌਣ ਕਰ ਸਕਦਾ ਹੈ, ਤੇਰੀ ਉਪਮਾ ਤੋਹੇ ਮਨ ਆਵੈ। ਜਿਵੇਂ ਭੱਟਾ ਨੇ ਗੁਰੂ ਅਮਰਦਾਸ ਨੂੰ ਕਿਹਾ, ਗੁਣਾ ਦਾ ਨਿਧਾਨ ਖਜ਼ਾਨਾ ਮੇਰਾ ਪ੍ਰਭੂ ਸ੍ਰਿਸ਼ਟੀ ਕਰਤਾ, ਉਸਤਤ ਕੌਣ ਕਰੀਜੈ, ਤੇਰੀ ਉਸਤਤ ਕੌਣ ਕਰ ਸਕਦਾ ਹੈ ਮਹਾਰਾਜ, ਤੂੰ ਆਪ ਹੀ ਜਿੰਨੀ ਕਰਾਵੇਂ ਉਹ ਕਰ ਸਕਦਾ ਹੈ। ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀਜੈ ਰਾਮ। ਇਹ ਪਰਮੇਸ਼ਰ ਵਾਹਿਗੁਰੂ, ਇਹ ਜਿੰਨੇ ਵੀ ਤੇਰੇ ਸੰਤ ਨੇ, ਸਮੁੱਚੇ ਰੂਪ ਦੇ ਜਿੰਨੇ ਵੀ ਸੰਤ ਨੇ ਨਾਮ ਜਪਣ ਵਾਲੇ, ਉਹਨਾਂ ਦੀ ਵੀ ਇਹੀ ਬੇਨਤੀ ਹੈ ਤੇ ਮੇਰੀ ਵੀ ਇਹੀ ਬੇਨਤੀ ਹੈ ਵੀ ਮਹਾਰਸ ਨਾਮ ਦੇ ਵਿੱਚ ਹੈ, ਆਪਣਾ ਨਾਮ ਦਾ ਮਹਾਰਸ ਦਿਓ। ਨਾਮ ਦੀਜੈ ਦਾਨ ਕੀਜੈ, ਵਿਸਰ ਨਾਹੀ ਇੱਕ ਖਿਨੋ। ਐ ਮੇਰੇ ਪਰਮੇਸ਼ਰ, ਤੇ ਇਹ ਤਾਂ ਕੰਮ ਕਿਸੇ ਹੋਰ ਤੋਂ ਵੀ ਕਰਾ ਸਕਦਾ ਸੀ, ਤੇਰੇ ਕੰਮ ਕਰਨ ਵਾਲਾ ਤਾਂ ਆ ਹੈ। ਜੇ ਆਇਆ ਕਿਰਪਾ ਕਰਕੇ ਨਾ ਨਾਮ ਦੀਜੈ, ਇੱਕ ਦਾਨ ਕਰਕੇ ਜਾਈ ਮੈਨੂੰ ਗਰੀਬ ਨੂੰ, ਨਾਮ ਦੀਜੈ ਦਾਨ ਕੀਜੈ, ਕੀ ਦਾਨ ਕਰ ਵਿਸਰ ਨਾਹੀ ਇੱਕ ਥੋੜਾ ਸਮਾਂ ਵੀ, ਇੱਕ ਖਿਨ ਜਿੰਨਾ ਸਮਾਂ ਵੀ। ਨਮੇਕ ਕਹਿੰਦੇ ਨੇ ਖਿਨ ਦੇ ਸਾਥ ਨਹੀਂ, ਕਿਤੇ ਫੇਰ ਸਹੀ ਅਰਥ ਸਮਾਂ ਲੱਗ ਜਾਏਗਾ, ਸਮਾਂ ਥੋੜਾ ਰਹਿੰਦਾ ਹੈ। ਤੇ ਇੱਕ ਖਨ ਜਿਹੜੀ ਨਮੇਖ ਤੋਂ ਖਿਨ ਬਣਿਆ, ਇਹਦੇ ਖਿਨ ਦੇ ਸਾਥ ਨਹੀਂ, ਇੱਕ ਘਟ ਸ਼ਬਦ ਕਹਿੰਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇਹਦੇ ਅਰਥ ਕੀਤੇ ਹੈ ਕਿ ਘਟ ਸ਼ਬਦ ਬੋਲਣ ਲੱਗਿਆਂ ਦੋ ਖਿਨ ਬਤੀਤ ਹੋ ਜਾਂਦੇ ਆ। ਸੁੱਕਾ ਪੱਤਾ ਅੱਕ ਦਾ ਜਾਂ ਢੱਕ ਦਾ ਲਓ, ਇੱਕ ਸੂਈ ਹੱਥ 'ਚ ਪੜ ਕੇ ਉਹਦੇ ਵਿੱਚ ਐਉਂ ਮਾਰੋ, ਜਦੋਂ ਉਹਦੇ 'ਚ ਆਵਾਜ਼ ਆਈ ਕਿ ਟਿਕਦੀ, ਉਹਨੂੰ ਖਿਨ ਕਹਿੰਦੇ ਨੇ। ਤੀਸਰਾ, ਜਦੋਂ ਅੱਖ ਦੀਆਂ ਪਲਕਾਂ ਦੇ ਨਾਲ ਪਲਕਾਂ ਲਾ ਕੇ ਖੁੱਲ੍ਹਦੀਆਂ ਨੇ, ਉਨਾ ਕੁ ਸਮਾਂ ਜਿਹੜਾ ਹੈ ਤੇ ਇਹਨੂੰ ਖਿਨ ਕਹਿੰਦੇ ਨੇ। ਵਿਸਵੇ ਚਸਿਆ ਘੜੀਆ ਪਹਿਰਾ, ਇਹਦੀ ਕਿਤੇ ਫੇਰ ਵਿਚਾਰ ਕਰ ਲਵਾਂਗੇ। ਇਹ ਕਾਫੀ ਲੰਮਾ ਹੈ ਇਹ ਜਿਹੜਾ ਕੰਮ ਹੈ, ਵੀ ਗਿਣਤੀ ਜਿਹੜੀ ਹੈ ਫਿਰ ਥਿੱਤਾਂ ਪਹਿਰਾਂ ਤੱਕ ਜਾਣਾ, ਮਹੀਨਿਆਂ ਤੱਕ ਜਾਣਾ। ਇੱਕ ਖਿਨ ਜਿੰਨਾ ਸਮਾਂ ਵੀ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਮੈਨੂੰ ਇਹੀ ਚਾਹ ਹੈ ਮਹਾਰਾਜ, ਗੁਣ ਗੋਪਾਲ ਉਚਰ ਰਸਨਾ, ਮੇਰੀ ਰਸਨਾ ਤੇਰੇ ਐ ਗੋ ਧਰਤੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ। ਗੋਪਾਲ ਦੇ ਅਰਥ ਕੀ? ਗੋ ਧਰਤੀ ਨੂੰ ਕਹਿੰਦੇ ਨੇ, ਪਾਲਣਾ ਕਰਨ ਵਾਲਾ, ਧਰਤੀ ਦੀ ਪਾਲਣਾ ਕਰਨ ਵਾਲਾ। ਸੋ ਕੀ ਗੋਪਾਲ ਤੇਰੇ ਗੁਣ ਜਸ ਉਚਰਦਾ ਰਹਾ ਰਸਨਾ ਦੁਆਰਾ, ਸਦਾ ਗਾਈਏ ਅਨ ਦਿਨੋਂ, ਤੇ ਰਾਤ ਦੇ ਮੈਂ ਤੇਰੇ ਗੁਣ ਗਾਵਾਂ। ਇੱਕ ਨਿਮਖ ਜਿੰਨੀ ਵੀ ਢਿੱਲ ਨਾ ਹੋਵੇ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਇੱਕ ਨਿਮਖ ਜਿੰਨੀ ਢਿੱਲ ਨਾ ਆਵੇ, ਮੈਂ ਹਰ ਵੇਲੇ ਤੇਰੇ ਨਾਲ ਜੁੜਿਆ ਰਹਾ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਜਿਹਦੀ ਭਾਈ ਪ੍ਰੀਤੀ ਵਾਹਿਗੁਰੂ ਨਾਲ ਲੱਗੀ। ਸਾਡੀ ਅਜੇ ਪ੍ਰੀਤੀ ਮਾਇਆ ਨਾਲ ਲੱਗੀ ਹੈ, ਸਾਡੀ ਪ੍ਰੀਤੀ ਆਪਣੇ ਬੱਚਿਆਂ ਨਾਲ ਲੱਗੀ ਹੈ, ਮਾਂ ਬਾਪਾਂ ਨਾਲ ਲੱਗੀ ਹੈ, ਸੰਸਾਰ ਨਾਲ ਲੱਗੀ ਹੈ, ਵਿਸ਼ੇ ਵਿਕਾਰਾਂ ਨਾਲ ਲੱਗੀ ਹੈ, ਆਪਣੀ ਦੇਹ ਨਾਲ ਲੱਗੀ ਹੋਈ ਹੈ, ਦੇਖਣ ਦੀ, ਸੁਣਨ ਦੀ, ਬੋਲਣ ਦੀ। ਪਰ ਜਦੋਂ ਨਾਮ ਦੇ 'ਚ ਪ੍ਰੀਤੀ ਲੱਗ ਗਈ ਨਾ, ਇਹ ਸਾਰਿਆਂ ਤੋਂ ਸ੍ਰੇਸ਼ਟ ਵੀ ਹੈ, ਕਲਿਆਣਕਾਰੀ ਵੀ ਹੈ। ਜਿਸ ਪ੍ਰੀਤ ਲਾਗੀ ਨਾਮ ਸੇਤੇ, ਮਨ ਤਨ ਅੰਮ੍ਰਿਤ ਭੀਜੈ। ਉਹਦਾ ਮਨ ਵੀ ਤਨ ਵੀ ਨਾਮ ਰੂਪੀ ਅੰਮ੍ਰਿਤ ਵਿੱਚ ਮਿਰਤੂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਭੇਜਾਏਗਾ। ਬਿਨਵੰਤ ਨਾਨਕ ਇੱਛ ਪੁੰਨੀ, ਪੇਖ ਦਰਸ਼ਨ ਜੀਜੈ। ਬਿਨਵੰਤ ਨਾਮ ਉਚਾਰਨ ਕਰਨ ਦਾ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਨੇ, ਤੇ ਮੇਰੀ ਇੱਛ ਪੁੰਨੀ ਪੂਰੀ ਹੋ ਗਈ। ਕਿਹੜੀ? ਪੇਖ ਦਰਸ਼ਨ ਜੀਜੈ। ਮੈਂ ਤੈਨੂੰ ਪ੍ਰਤੱਖ ਦੇਖ ਰਿਹਾ, ਆ ਸਾਹਮਣੇ ਟੋਕਰੀ ਢੋ ਰਿਹਾ ਮੇਰੇ ਪਰਮਾਤਮਾ, ਤੇ ਮੈਂ ਦਰਸ਼ਨ ਕਰਕੇ ਧੰਨ ਹੋ ਗਿਆ। ਇਹ ਪ੍ਰਸੰਗਕ ਅਰਥ ਹੈ, ਇਤਿਹਾਸਕ ਉਥਾਨਕਾ ਅਨੁਸਾਰ ਅਰਥ ਹੈ, ਜਿਹਦੇ ਪ੍ਰਥਾਏ ਸ਼ਬਦ ਉਚਾਰਨ ਕੀਤਾ। ਮਹਾਂਪੁਰਖ ਇਸੇ ਸ਼ਬਦ ਦੇ ਅੰਤਰੀਵ ਅਰਥ ਕਰਦੇ ਹੈ। ਉਹ ਨਾਮ ਅਭਿਆਸੀਆਂ ਵਾਸਤੇ ਉਹ ਵੀ ਸਾਧ ਸਿੰਘ ਜੀ ਬੜੇ ਸੁੰਦਰ ਹੈ, ਪਰ ਇਤਿਹਾਸ ਵਿੱਚ ਉਹਦੀ ਲੋੜ ਨਹੀਂ ਪੈਂਦੀ। ਉਹ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਵਿੱਚ ਪੈ ਗਈ। ਤੇ ਇੱਥੇ ਹੁਣ ਸਮਾਪਤੀ ਹੈ, 2.5 ਮਿੰਟ ਰਹਿੰਦੇ ਹੈ। ਢਾਡੀ ਸਿੰਘਾਂ ਨੇ ਸ਼ਹਿਬਰਾਂ ਲਾਉਣੀਆਂ, ਇਹਦੇ 'ਚ ਸਮਾਪਤੀ ਦਾ ਮੰਗਲ ਕਰਨਾ ਹੈ। ਤੇ ਬਾਕੀ ਜਿਹੜਾ ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਨੇ ਕਿਹਾ ਨਾ, ਵੀ ਗੱਲ ਤੋਂ ਸੱਚੀ ਕਹੀ ਹੈ। ਵੀ ਚਲੋ ਮੇਰਾ ਸੁਭਾਅ ਵਾਲਾ ਅੱਕਣ ਵਾਲਾ ਤਾਂ ਨਹੀਂ ਹੈ, ਤੇ ਮੈਨੇਜਰ ਸਾਹਿਬ ਤਾਂ ਅਕਾ ਦਿੱਤੇ ਫੋਨਾਂ ਨੇ, ਕਹਿੰਦੇ ਜੀ ਬੜਾ, ਕਹਿੰਦੇ ਲਾਈਨਾਂ ਸਾਰੀਆਂ ਬਿਜੀ ਹੋ ਗਈਆਂ, ਤਿਰਫਲਾ ਹੀ ਤਿਰਫਲਾ ਹੋ ਗਿਆ ਸਾਰੇ। ਮੈਂ ਕਿਹਾ ਸ਼ੁਕਰ ਹੈ, ਕੋਈ ਗੱਲ ਸਮਝ ਵਿੱਚ ਆਈ। ਤੇ ਹੁਣ ਇਹਦੇ ਬਾਰੇ ਦੱਸਣ ਜੋਗਾ ਸਮਾਂ ਨਹੀਂ, ਅੱਜ ਸਮਾਪਤੀ ਕਰਨ ਦਾ ਹੀ ਸਮਾਂ ਹੈ। ਤੇ ਤਿਰਫਲੇ ਦੇ ਅਰਥ ਕੀ ਨੇ? ਤ੍ਰੈ ਨਾਮ ਤਿੰਨ ਦਾ, ਫਲਾ ਫਲ 3 ਪ੍ਰਕਾਰ ਦੇ ਬਨਸਪਤੀ ਚੋਂ ਉੱਗੇ ਹੋਏ ਬੂਟੇ, ਆਵਲਾ, ਬੇਹੜਾ ਤੇ ਹਰੜ। ਇਹਨੂੰ ਆਖੇ ਜੀ ਕਿਵੇਂ ਵਰਤਣਾ, ਕਿਵੇਂ ਕਰਨਾ ਹੈ?
ਵੀ ਤੁਸੀਂ ਜਿਹੜਾ ਇਹ ਭਾਲਦੇ ਹੋ ਨਾ ਵੀ ਮੈਂ ਬਣਿਆ ਬਣਾਇਆ ਤੁਹਾਨੂੰ ਦੇ ਦੂੰਗਾ, ਦੇਖੋ ਗੱਲ ਸੁਣੋ, ਮੈਨੂੰ ਕਥਾ ਕਰ ਲੈਣ ਦਿਓ, ਮੈਨੂੰ ਤਿਰਫਲਾ ਕੁੱਟਣ ਨਾ ਲਾਓ। ਮੇਰੇ ਕੋਲ ਕੋਈ ਟਾਈਮ ਨਹੀਂ ਤਿਰਫਲਾ ਕੁੱਟਣ ਦਾ। ਮੈਂ ਤਾਂ ਤੁਹਾਨੂੰ ਹੋਰ ਵੀ ਨੁਸਖੇ ਦੱਸਣ ਲੱਗਿਆ ਸੀ, ਕੱਲ੍ਹ ਨੂੰ ਤੁਸੀਂ ਬਣਾ ਕੇ ਆ ਕੇ ਅੱਗ ਨੂੰ ਆਈ ਘਰ-ਬਾਰ ਦੀ ਮਾਲਕ ਬਣ ਕੇ ਬਹਿ ਗਈ, ਜਿਹਨੇ ਜਿਹੜਾ ਬੋਲਿਆ ਕਿ ਉਹੀ ਕੁੰਡਾ ਖੋਲੇ, ਐਉਂ ਨਹੀਂ ਗੱਲ ਬਣਨੀ। ਥੋੜ੍ਹਾ ਜਿਹਾ ਆਪ ਆਪਣੇ ਲਈ ਦੇਖੋ। ਮੈਂ ਸਿੰਘਾਂ ਦੀ ਸੇਵਾ ਕਰਦਾ ਰਿਹਾ। ਮੈਂ ਜਥੇ ਵਾਲਿਆਂ ਨੂੰ ਕਿਹਾ ਵੀ ਬੱਚਿਓ ਤੁਸੀਂ ਇਹ ਤਿਰਫਲਾ ਖਾਇਆ ਕਰੋ। ਠੀਕ ਹੈ ਜੀ, ਨਾਲ ਲਾਏ, ਬਣਾ ਕੇ ਦਿੱਤਾ, ਪਰਿਵਾਰ ਦੇ ਸਾਰੇ ਬੱਚਿਆਂ ਨੂੰ ਦਿੱਤਾ, ਸਭ ਨੂੰ ਦਿੱਤਾ। ਮੈਂ ਕਿਹਾ ਜੀ ਚਲੋ ਠੀਕ ਹੋ ਗਿਆ। ਜਦੋਂ ਲਈ ਰਿਪੋਰਟ ਖਾਣਾ ਉਹਨੇ, ਹਾਂ ਜੀ ਕਦੇ ਕਦੇ ਖਾਣਾ ਉਹਨੇ। ਮੈਂ ਕਿਹਾ ਸਸਤਾ ਮਿਲ ਗਿਆ ਨਾ, ਬਣਿਆ ਬਣਾਇਆ ਮਿਲ ਗਿਆ ਨਾ। ਤੇ ਨੂੰਹ ਨੂੰ ਪੁੱਛਿਆ, ਧੀ ਨੂੰ ਪੁੱਛਿਆ, ਸਾਰਿਆਂ ਨੂੰ ਪੁੱਛਿਆ। ਮੈਂ ਕਿਹਾ ਚੰਗਾ, ਬਿਨ ਗਾਹਕ ਗੁਣ ਵੇਚਿਆ ਤੋ ਗੁਣ ਸਹਿਗੋ। ਅੱਗੇ ਨੂੰ ਕਿਸੇ ਨੂੰ ਬਣਾ ਕੇ ਦੇਣਾ ਤਿਰਫਲਾ, ਕਿਸੇ ਨੂੰ ਵੀ ਨਹੀਂ ਦੱਸਿਆ ਕਰੂੰਗਾ ਵੀ ਐਂ ਬਣਾ ਲਿਆ ਕਰੋ। ਤੇ ਇਸ ਕਰਕੇ ਭਾਈ ਇਹਦੇ ਜਿਹੜੇ ਲਾਭ ਨੇ, 3 ਸਾਲ ਦੇ ਵਿੱਚ ਨਿਗਾਹ ਜਿਹੜੀ ਵਧਣੀ ਨਾ ਸ਼ੁਰੂ ਹੋਵੇ ਨਾ, ਤੁਸੀਂ ਉਲਾਂਭਾ ਦੇ ਸਕਦੇ ਹੋ, ਪਰ ਨਾਗਾ 3 ਸਾਲ 'ਚ ਨਾ ਪਵੇ। ਇਹਨੂੰ ਬਣਾਉਣਾ ਕਿਵੇਂ ਹੈ, ਕਿਸ ਤਰ੍ਹਾਂ, ਇਹਦੀ ਰੇਸ਼ੋ ਕੀ ਹੈ? 1 ਹਿੱਸਾ ਹਰੜ, 2 ਹਿੱਸੇ ਬਹੇੜਾ ਤੇ 4 ਹਿੱਸੇ ਆਵਲਾ। ਤੇ ਇਹਨੂੰ ਕਿਵੇਂ ਕਿਹੜੇ ਤਰੀਕੇ ਨਾਲ ਕਰਨਾ ਉਹ ਗਾਂ ਦੇ ਦਿਨਾਂ 'ਚ ਕਰ ਲਾਂਗੇ। ਬਾਕੀ ਤਾਂ ਅਮਰ ਦੀਆਂ ਗੱਲਾਂ ਕਰਨੀਆਂ ਇਹਨਾਂ ਦਿਨਾਂ ਦੇ ਵਿੱਚ। ਹੁਣ ਤੁਸੀਂ 3-4 ਦਿਨ ਤਿਰਫਲੇ ਨੂੰ ਰਹਿਣ ਦਿਓ, ਤੇ ਇਹ ਆਪਾਂ ਕੰਮ ਥੋੜ੍ਹਾ ਜਿਹਾ ਬਾਅਦ ਦੇ, ਜਦੋਂ ਤੁਸੀਂ ਕਹਿੰਦੇ ਪੋਸਟਪੋਨ ਕਰ ਦਿਓ, ਐਂ ਕਰ ਦਿਓ, ਉਹਨੂੰ ਬਾਅਦ 'ਚ ਦੇਖਾਂਗੇ ਇਹਨੂੰ। ਤਾਂ ਹੁਣ ਪਹਿਲਾਂ ਅੰਮ੍ਰਿਤ ਛਕੋ, ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸੇਲਾ। ਠੀਕ ਹੈ। ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਦੇਹੀ ਦੀ ਪਾਲਣਾ ਕਿਵੇਂ ਕਰਨੀ ਹੈ? ਗਲਤ ਤਰੀਕੇ ਨਹੀਂ ਵਰਤਣੇ, ਕਿ ਦੇਹ ਦਾ ਨਾਸ਼ ਨਹੀਂ ਕਰਨਾ। ਜਿਹੜੀਆਂ ਚੀਜ਼ਾਂ ਦੇ ਨਾਲ ਸਾਨੂੰ ਅੱਜ ਕੈਂਸਰ ਵੱਧ ਰਿਹਾ ਨਾ, ਇਹਨੂੰ ਕੰਟਰੋਲ ਕਿਵੇਂ ਕਰਨਾ? ਗੱਲ ਤਾਂ ਆ ਇਹ ਮੁੱਖ ਰੂਪ ਦੇ ਵਿੱਚ, ਉਹ ਤਾਂ ਚੱਲਦੇ ਚੱਲਦੇ ਗੱਲਾਂ ਕਰਨੀਆਂ ਪੈ ਗਈਆਂ। ਗੁਰੂ ਕਿਰਪਾ ਕਰੇ ਆਉਂਦਿਆਂ ਦਿਨਾਂ 'ਚ ਬੁੱਧਵਾਰ ਦਿਨ ਰੱਖਿਆ। ਬਾਕੀ ਦੇ ਵੀ ਤਿਰਫਲੇ ਵਾਲਿਓ ਮੈਨੂੰ ਬਾਕੀ ਦੇ ਦਿਨਾਂ 'ਚ ਨਾ ਫੋਨ ਕਰਿਓ, ਬੁੱਧਵਾਰ ਨੂੰ ਕਰ ਲਿਆ ਕਰੋ। ਤੇ ਬੁੱਧਵਾਰ ਨੂੰ ਪੈਨ ਲੈ ਕੇ ਬੈਠਿਆ ਕਰੋ, ਕਈ ਚੀਜ਼ਾਂ ਤੁਹਾਨੂੰ ਨੋਟ ਕਰਾਉਂਦੇ ਜਾਵਾਂਗੇ। ਐਦੋਂ ਸਸਤਾ ਨਹੀਂ ਤੁਹਾਨੂੰ ਕੋਈ ਵੈਦ ਲੱਭਣਾ। ਵੈਦ ਤਾਂ ਨਹੀਂ ਮੈਂ, ਹਾਂ ਵੈਦਾਂ ਦਾ ਮਿੱਤਰ ਹੈ। ਵੈਦ ਇੱਕ ਨੁਸਖਾ 12 ਸਾਲ ਸੇਵਾ ਕਰਾ ਕੇ ਨਹੀਂ ਦਿੰਦੇ। ਤੇ ਇਸ ਕਰਕੇ ਪਰ ਇਹਦੀ ਕਦਰ ਜਾਣੇ। ਆਓ ਹੁਣ ਇੱਥੇ ਸਮਾਪਤੀ। ਹਾਂਜੀ ਬੋਲੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ। ਬਿਨਵੰਤ ਨਾਨਕ ਇਛ ਪੁਨੀ, ਪੇਖ ਦਰਸ਼ਨ ਜੀਜੈ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਾਇਆ ਤਾਰ। ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਪਾਈ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ